ਇੰਜੀਨੀਅਰਿੰਗ ਮੈਥਮੈਟਿਕਸ ਦੇ ਇੱਕ ਐਕਸ ਤੇ ਭਾਸ਼ਣਾਂ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 13 ਹੈ ਅਤੇ ਅੱਜ ਅਸੀਂ ਦੋ ਵੇਰੀਏਬਲਸ ਦੇ ਫੰਕਸ਼ਨਾਂ ਦੀ ਡਿਫਰੈਂਸ਼ੀਏਬਿਲਿਟੀ ਬਾਰੇ ਦੁਬਾਰਾ ਗੱਲ ਕਰਾਂਗੇ। ਅਤੇ ਅਸਲ ਵਿੱਚ ਅਸੀਂ ਡਿਫਰੈਂਸ਼ੀਏਬਿਲਿਟੀ ਲਈ ਲਿਮਿਟ ਪ੍ਰੀਖਿਆ ਵਿੱਚੋਂ ਲੰਘਾਂਗੇ ਅਤੇ ਇਹ ਇੱਕ ਦੀ ਡਿਫਰੈਂਸ਼ੀਏਬਿਲਿਟੀ ਦੀ ਜਾਂਚ ਕਰਨ ਲਈ ਬਹੁਤ ਉਪਯੋਗੀ ਹੈ। ਇਸ ਐਕਸ ਲੈਕਚਰ ਵਿੱਚ ਇੱਕ ਤੋਂ ਵੱਧ ਵੇਰੀਏਬਲਸ ਦੇ ਫੰਕਸ਼ਨ ਅਤੇ ਫਿਰ ਕੁਝ ਐਕਸ ਕਮਾਂ ਦੀਆਂ ਸਮੱਸਿਆਵਾਂ ਲੈਕਚਰ ਵਿੱਚ ਕੀਤੀ ਜਾਣਗੀਆਂ। ਇਸ ਲਈ ਪਿਛਲੇ ਐਕਸ ਲੈਕਚਰ ਤੋਂ ਯਾਦ ਕਰਨ ਲਈ ਅਸੀਂ ਪਹਿਲਾਂ ਹੀ ਦੋ ਵੇਰੀਏਬਲਸ ਦੇ ਫੰਕਸ਼ਨਾਂ ਦੀ ਡਿਫਰੈਂਸ਼ੀਏਬਿਲਿਟੀ ਬਾਰੇ ਚਰਚਾ ਕੀਤੀ ਹੈ। ਅਤੇ ਜੋ ਅਸੀਂ ਸਿੱਖਿਆ ਹੈ ਕਿ ਇਹ ਫੰਕਸ਼ਨ z ਨੂੰ ਕਿਹਾ ਜਾਂਦਾ ਹੈ ਪੁਆਇੰਟ x, y ਕਿਸੇ ਵੀ ਪੁਆਇੰਟ x, y ਤੇ ਵਿਭਿੰਨ ਹੋ ਸਕਦਾ ਹੈ। ਜੇ ਪੁਆਇੰਟ ਅਸੀਂ ਇਸ ਡੈਲਟਾ z ਨੂੰ ਪ੍ਰਗਟ ਕਰਦੇ ਹਾਂ ਵੇਰੀਏਸ਼ਨ z ਵਿੱਚ ਵੱਖਰਾ ਹੋਣਾ ਹੈ, ਅਸੀਂ x ਨੂੰ ਡੈਲਟਾ x ਅਤੇ y ਡੈਲਟਾ y ਦੁਆਰਾ ਨਾਲ ਬਦਲਦੇ ਹਾਂ। ਡੈਲਟਾ z ਨੂੰ ਟਰਮਜ਼ ਵਿੱਚ ਪ੍ਰਗਟ ਕਰ ਸਕਦੇ ਹਾਂ। ਡੈਲਟਾ x ਅਤੇ ਡੈਲਟਾ y ਡੈਲਟਾ x ਪਲਸ b ਟਾਈਮਸ ਡੈਲਟਾ y ਇਹ ਐਸ ਲੀਨੀਅਰ ਟਰਮ a ਅਤੇ b ਡੈਲਟਾ x ਅਤੇ ਡੈਲਟਾ ਤੇ ਇੰਡੀਪੈਂਡੈਂਟ ਕਰਦੇ ਹਨ। ਇਹ ਐਪਸੀਲੋਨ ਟਾਈਮਸ ਡੈਲਟਾ x ਪਲਸ ਐਪਸੀਲੋਨ 2 ਵਾਰ ਡੈਲਟਾ y ਅਤੇ ਇੱਥੇ ਐਪਸੀਲੋਨ ਅਤੇ ਐਪਸੀਲੋਨ 2 ਨੂੰ 0 ਤੇ ਜਾਣਾ ਚਾਹੀਦਾ ਹੈ ਕਿਉਂਕਿ y 0 ਤੇ ਜਾਂਦੇ ਹਨ। ਜ਼ਰੂਰੀ ਕੰਡੀਸ਼ਨਾਂ ਜੋ ਅਸੀਂ ਸਿੱਖੀਆਂ ਹਨ ਕਿ f ਦੀ ਨਿਰੰਤਰਤਾ ਡਿਫਰੈਂਸ਼ੀਏਬਿਲਿਟੀ ਲਈ ਜ਼ਰੂਰੀ ਹੈ ਅਤੇ ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਦੀ ਹੋਂਦ ਲਈ ਵੀ ਜ਼ਰੂਰੀ ਹੈ। fx ਅਤੇ fy ਦੀ ਡਿਫਰੈਂਸ਼ੀਏਬਿਲਿਟੀ ਹੋਂਦ ਲਈ ਜਾਂ ਇਸ ਦੇ ਲਈ ਜ਼ਰੂਰੀ ਹੈ। ਅਸੀਂ ਕਾਫੀ ਸਥਿਤੀਆਂ ਨੂੰ ਵੀ ਵੇਖਿਆ ਹੈ ਜਿੱਥੇ ਅਸੀਂ ਵੇਖਦੇ ਹਾਂ ਕਿ ਇੱਕ ਡੈਰੀਵੇਟਿਵ ਦੀ ਨਿਰੰਤਰਤਾ ਜਾਂ ਦੋਵੇਂ x ਪਾਰਸ਼ਲ ਡੈਰੀਵੇਟਿਵਜ਼ ਦੀ ਨਿਰੰਤਰਤਾ ਦੋ ਵੇਰੀਏਬਲਸ ਦੇ ਕਾਰਜਾਂ ਦੀ ਡਿਫਰੈਂਸ਼ੀਏਬਿਲਿਟੀ ਨੂੰ ਪਰਿਭਾਸ਼ਿਤ ਕਰਨ ਲਈ ਕਾਫੀ ਹੈ। ਜੋ ਅਸੀਂ ਵੇਖਿਆ ਹੈ ਕਿ ਡਿਫਰੈਂਸ਼ੀਏਬਿਲਿਟੀ ਨੂੰ ਸਾਬਤ ਕਰਨ ਲਈ ਜਾਂ ਤਾਂ ਅਸੀਂ ਦੀ ਸਫੀਸ਼ੀਐਂਟ ਕੰਡੀਸ਼ਨ ਵਰਤੋਂ ਕਰ ਸਕਦੇ ਹਾਂ। ਜੇ ਤੁਸੀਂ ਵੇਖਦੇ ਹੋ ਕਿ x ਫੰਕਸ਼ਨ ਹੈ ਜਾਂ ਪਾਰਸ਼ਲ ਡੈਰੀਵੇਟਿਵ ਨਿਰੰਤਰ ਹੈ, ਤਾਂ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਫੰਕਸ਼ਨ ਵੱਖਰਾ ਹੈ। ਜਾਂ ਅਸੀਂ ਇਸ ਪਰਿਭਾਸ਼ਾ ਦੀ ਸਿੱਧੀ ਜਾਂਚ ਕਰ ਸਕਦੇ ਹਾਂ। ਸਾਨੂੰ ਇਸ ਡੈਲਟਾ z ਦੀ ਟਰਮਜ਼ ਨੂੰ ਇਸ ਡੈਲਟਾ ਅਤੇ ਡੈਲਟਾ y ਇਸ ਰੂਪ ਵਿੱਚ ਪ੍ਰਗਟ ਕਰਨਾ ਪਏਗਾ, ਫਿਰ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਫੰਕਸ਼ਨ ਵੱਖਰਾ ਹੈ। ਅੱਜ ਅਸੀਂ ਇੱਕ ਹੋਰ ਤਰੀਕਾ ਸਿੱਖਾਂਗੇ ਜੋ ਇੱਥੇ x ਇਸ ਐਕਸਪ੍ਰੈਸ਼ਨ ਬਰਾਬਰ ਹੈ ਜਿਸ ਦੀ ਵਰਤੋਂ ਆਸਾਨੀ ਨਾਲ ਡਿਫਰੈਂਸ਼ੀਏਬਿਲਿਟੀ ਨੂੰ ਸਾਬਤ ਕਰਨ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਇੱਕ ਲਿਮਿਟ ਪ੍ਰੀਖਿਆ ਅਸੀਂ ਹੁਣ ਦਿਖਾਵਾਂਗੇ ਕਿ ਇਹ ਡਿਫਰੈਂਸ਼ੀਏਬਿਲਿਟੀ ਇਹ ਕਹਿਣ ਦੇ ਬਰਾਬਰ ਹੈ ਕਿ ਇੱਥੇ ਇਹ ਲਿਮਿਟ ਡੈਲਟਾ ਰੋ ਹੈ ਜੋ ਕਿ ਸਕੁਏਅਰ ਰੂਟ ਡੈਲਟਾ x ਅਤੇ ਡੈਲਟਾ y ਪਲਸ ਹੈ। ਇਸ x ਸਮੀਕਰਨ ਦੀ ਇੱਥੇ ਲਿਮਿਟ ਲੈਂਦੇ ਹਾਂ। ਐਕਸਪ੍ਰੈਸ਼ਨ ਡੈਲਟਾ z ਮਾਈਨਸ z ਡੈਲਟਾ ਰੋ 0 ਦੇ ਬਰਾਬਰ ਹੈ, ਤਾਂ ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ ਫੰਕਸ਼ਨ ਵੱਖਰਾ ਹੈ। ਜਾਂ ਜੇ ਸਾਡੇ ਵਿੱਚ x ਡਿਫਰੈਂਸ਼ੀਏਬਿਲਿਟੀ ਹੈ ਤਾਂ ਇਹ ਦਰਸਾਏਗੀ ਕਿ ਇਹ ਲਿਮਿਟ 0 ਹੈ ਅਤੇ ਇਹ ਲਿਮਿਟ 0 ਵੱਖਰੀਤਾ ਨੂੰ ਡਿਫਰੈਂਸ਼ੀਏਬਿਲਿਟੀ ਦੋਨੋਂ x ਬਰਾਬਰ ਦੀ ਪਰਿਭਾਸ਼ਾ ਜਾਂ ਡਿਫਰੈਂਸ਼ੀਏਬਿਲਿਟੀ ਦੀ ਜਾਂਚ ਕਰ ਰਹੇ ਹਨ। ਹੁਣ ਅਸੀਂ ਦਿਖਾਵਾਂਗੇ ਕਿ ਜੇ ਕੋਈ ਫੰਕਸ਼ਨ ਵੱਖਰਾ ਹੈ ਤਾਂ ਇਹ ਲਿਮਿਟ 0 ਹੋਣੀ ਚਾਹੀਦੀ ਹੈ। f ਵੱਖਰਾ ਹੈ, ਇਸ ਦਾ ਮਤਲਬ ਹੈ ਕਿ ਅਸੀਂ ਇਹ ਡੈਲਟਾ z ਨੂੰ ਡੈਲਟਾ x ਪਲਸ b ਡੈਲਟਾ y ਅਤੇ ਪਲਸ ਐਪਸੀਲੋਨ 1 ਡੈਲਟਾ x ਪਲਸ ਈਪਸੀਲੋਨ 2 ਡੈਲਟਾ y ਦੇ ਰੂਪ ਵਿੱਚ ਪ੍ਰਗਟ ਕਰਦੇ ਹਾਂ। ਅਤੇ ਹੁਣ ਇਹ x ਸ਼ਬਦ ਹੈ ਜਿਸ ਨੂੰ ਅਸੀਂ ਡਿਫਰੈਂਸ਼ੀਅਲ ਕਹਿੰਦੇ ਹਾਂ। ਅਤੇ ਜੇ ਅਸੀਂ ਇਸ ਡਿਫਰੈਂਸ਼ੀਅਲ ਨੂੰ ਲੈਂਦੇ ਹਾਂ ਲੈਫਟ ਹੈਂਡ ਸਾਈਡ ਅਤੇ ਡਿਵਾਈਡ ਇਸ ਡੈਲਟਾ ਦੁਆਰਾ ਵੰਡੋ ਡੈਲਟਾ ਰੋ ਨੂੰ ਸਕੁਏਅਰ ਰੂਟ ਡੈਲਟਾ x ਸਕੁਏਅਰ ਪਲਸ ਅਤੇ ਡੈਲਟਾ y ਵਰਗ ਦੇ ਰੂਪ ਵਿੱਚ ਡਿਵਾਈਡ ਕੀਤਾ ਗਿਆ ਹੈ, ਅਸੀਂ ਇਸ ਨੂੰ ਵੰਡਦੇ ਹਾਂ ਤਾਂ ਰਾਈਟ ਹੈਂਡ ਸਾਈਡ ਐਪਸੀਲੋਨ ਡੈਲਟਾ x ਓਵਰ ਡੈਲਟਾ ਰੋ ਪਲਸ ਐਪਸੀਲੋਨ ਡੈਲਟਾ y ਡੈਲਟਾ ਰੂਪ ਮਿਲੇਗਾ। ਅਤੇ ਹੁਣ ਅਸੀਂ ਇੱਥੇ ਲਿਮਿਟ ਲੈ ਲਵਾਂਗੇ ਕਿਉਂਕਿ ਡੈਲਟਾ x ਅਤੇ ਡੈਲਟਾ y ਗੋਜ਼ ਟੂ 0 ਅਤੇ ਵੇਖੋ ਕਿ ਦਾ ਵੈਲਿਊ ਰਾਈਟ ਹੈਂਡ ਸਾਈਡ ਦੀ ਹੈ ਜਦੋਂ ਅਸੀਂ ਲਿਮਿਟ ਲੈ ਜਾਂਦੇ ਹਾਂ ਡੈਲਟਾ x ਅਤੇ ਡੈਲਟਾ y ਗੋਜ਼ ਟੂ 0। ਅਸੀਂ ਪਹਿਲਾਂ ਹੀ ਜਾਣਦੇ ਹਾਂ ਇਹ ਐਪਸੀਲੋਨ 1 ਅਤੇ ਐਪਸੀਲੋਨ 2 ਉਹ 0 ਤੇ ਜਾਂਦੇ ਹੈ ਜਿਵੇਂ ਡੈਲਟਾ x ਜਾਂਦਾ ਹੈ ਅਤੇ ਡੈਲਟਾ y ਗੋਜ਼ 0। ਪਰ ਸਾਨੂੰ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਇਹ ਸ਼ਬਦ ਇੱਥੇ ਇੱਕ ਐਪਸੀਲੋਨ ਹੈ ਜੋ ਡੈਲਟਾ x ਓਵਰ ਡੈਲਟਾ ਰੋ ਅਤੇ ਡੈਲਟਾ y ਡੈਲਟਾ ਰੋ ਦੇ ਨਾਲ ਹੈ। ਉਹ ਦੋਵੇਂ ਬਾਉਂਡਡ ਹਨ, ਪਰ ਇਹ ਅਸੀਂ ਆਸਾਨੀ ਨਾਲ ਵੇਖ ਸਕਦੇ ਹਾਂ ਕਿਉਂਕਿ ਇਹ ਡੈਲਟਾ ਰੋ ਡੈਲਟਾ x ਸਕੁਏਅਰ ਪਲਸ ਡੈਲਟਾ y ਸਕੁਏਅਰ ਦਾ ਸਕੁਏਅਰ ਰੂਟ ਹੈ। ਇਹ ਸ਼ਬਦ ਇੱਥੇ ਹੈ ਕਿਉਂਕਿ ਡੈਲਟਾ x ਨਾਲੋਂ ਵੱਡਾ ਹੈ। ਇੱਥੇ ਸਾਡੇ ਕੋਲ ਡੈਲਟਾ y ਸਕੁਏਅਰ ਵੀ ਹੈ ਅਤੇ ਫਿਰ ਸਕੁਏਅਰ ਰੂਟ ਮੂਲ ਇਹ ਮਿਆਦ ਨਿਸ਼ਚਿਤ ਰੂਪ ਤੋਂ ਇਸ ਡੈਲਟਾ x ਨਾਲੋਂ ਵੱਡੀ ਹੈ। ਇਸ ਮੋਡੂਲਸਸ ਡੈਲਟਾ x ਦੇ ਉੱਪਰ ਡੈਲਟਾ ਰੋ
ਦੇ ਇਸ ਮਿਆਦ ਦੇ ਐਬਸੋਲਿਊਟ ਵੈਲਿਊ ਬਾਉਂਡਡ 1 ਦੁਆਰਾ ਬੰਨਿਆ ਹੋਇਆ ਹੈ। ਅਤੇ ਇਸੇ ਤਰ੍ਹਾਂ x ਡੈਲਟਾ ਰੋ ਦੇ ਉੱਪਰ ਇਸ ਡੈਲਟਾ y ਦਾ ਐਬਸੋਲਿਊਟ ਵੈਲਿਊ ਵੀ 1 ਦੁਆਰਾ ਬਾਉਂਡਡ ਹੋਇਆ ਹੈ। ਫਿਰ ਜਦੋਂ ਅਸੀਂ ਲਿਮਿਟ ਲੈਂਦੇ ਹਾਂ ਜਿਵੇਂ ਕਿ ਡੈਲਟਾ ਰੋ ਗੋਜ਼ ਟੂ 0, ਇਹ ਸਾਈਡ 0 ਤੇ ਜਾਏਗੀ ਕਿਉਂਕਿ ਐਪਸਿਲਨ 1 0 ਅਤੇ ਐਪਸੀਲੋਨ 2 0 ਤੇ ਜਾਣਗੇ। ਜਦੋਂ ਲਿਮਿਟ ਲੈਂਦੇ ਹੋ, ਇਸ ਲਈ ਅਸੀਂ ਇਹਨਾਂ ਦੋ ਨਿਯਮਾਂ ਦੀ ਲਿਮਿਟ ਦੇ ਕਾਰਨ ਟਰਮਜ਼ ਵੇਖਦੇ ਹਾਂ। ਅਸੀਂ ਪ੍ਰਾਪਰਟੀਜ਼ ਐਪਸੀਲੋਨ 1 ਅਤੇ ਐਪਸੀਲੋਨ 2 ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣਦੇ ਹਾਂ। ਉਹ 0 ਜਾਂਦੇ ਹਨ ਕਿਉਂਕਿ ਡੈਲਟਾ ਰੋ 0 ਭਾਵ ਡੈਲਟਾ x 0 ਤੇ ਜਾਂਦਾ ਹੈ ਡੈਲਟਾ y ਅਤੇ 0 ਗੋਜ਼ ਟੂ। ਇਸ x ਵਿੱਚ ਅਸੀਂ ਇਹ ਸਿੱਧ ਕਰ ਸਕਦੇ ਹਾਂ ਕਿ ਇਹ ਲਿਮਿਟ ਬਰਾਬਰ 0 ਦੇ ਬਰਾਬਰ ਹੈ ਕਿਉਂਕਿ ਇੱਥੇ ਇਹਨਾਂ ਸ਼ਰਤਾਂ ਦੀ ਟਰਮਜ਼ ਹੈ। ਇਹ ਹੈ ਇਹ x ਲਿਮਿਟ ਜਿਸਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਜੇ f ਵੱਖਰਾ ਹੈ ਤਾਂ ਇਹ ਬਰਾਬਰ 0 ਚਾਹੀਦਾ ਹੈ। ਹੁਣ ਅਸੀਂ ਦੂਜੇ x ਪਾਸੇ ਜਾਵਾਂਗੇ ਜਿਸ ਦਾ ਅਰਥ ਹੈ ਜੇ ਇਹ ਲਿਮਿਟ 0 ਦੇ ਬਰਾਬਰ ਹੈ ਤਾਂ ਅਸੀਂ ਦਿਖਾਵਾਂਗੇ ਕਿ ਫੰਕਸ਼ਨ ਵੱਖਰਾ ਹੈ। ਸਥਿਤੀ ਵਿੱਚ ਅਸੀਂ ਹੁਣ ਇਹ ਲਿਮਿਟ 0 ਦੇ ਬਰਾਬਰ ਕਰਨ ਦੇਈਏ। ਹੁਣ ਅਸੀਂ ਇਸ ਤੱਥ ਦੀ ਵਰਤੋਂ ਕਰਾਂਗੇ ਜੋ ਅਸੀਂ ਪਿਛਲੇ ਲੈਕਚਰ ਵਿੱਚ ਵੀ ਵਰਤਿਆ ਹੈ ਕਿ ਇਹ x ਲਿਮਿਟ 0 ਦੇ ਬਰਾਬਰ ਹੈ ਤਾਂ ਅਸੀਂ ਇੱਥੇ ਇੱਕ ਐਪਸੀਲੋਨ ਪੇਸ਼ ਕਰ ਸਕਦੇ ਹਾਂ। ਇਹ ਮਿਆਦ -0 ਹੈ ਜੋ ਇੱਥੇ 0 ਹੈ। ਇਹ ਮਿਆਦ ਐਪਸੀਲੋਨ x ਦੇ ਬਰਾਬਰ ਹੈ ਅਤੇ ਇਸ ਐਪਸੀਲੋਨ ਕੋਲ ਹੋਵੇਗੀ। ਇਸ ਦੀ ਪ੍ਰਾਪਰਟੀ ਹੋਵੇਗੀ ਕਿ ਜਦੋਂ ਅਸੀਂ ਲਿਮਿਟ ਲੈਂਦੇ ਹਾਂ ਡੈਲਟਾ ਰੋ 0 ਤੇ ਜਾਂਦਾ ਹਾਂ 0 ਜਾਂ ਡੈਲਟਾ x ਅਤੇ ਡੈਲਟਾ y 0 ਤੇ ਜਾਂਦਾ ਹੈ ਤਾਂ ਇਸ ਐਪਸੀਲੋਨ ਨੂੰ ਗੋਜ਼ ਟੂ 0। ਇਸ ਦੀ x ਲਿਮਿਟ ਬਿਲਕੁਲ 0 ਹੈ। x ਐਪਸੀਲੋਨ ਨੂੰ 0 ਤੇ ਜਾਣਾ ਚਾਹੀਦਾ ਹੈ। ਅਸੀਂ ਇੱਥੇ ਲਿਮਿਟ ਲੈਂਦੇ ਹਾਂ ਕਿਉਂਕਿ ਡੈਲਟਾ ਰੋ ਗੋਜ਼ ਟੂ 0। ਇਸ x ਸਥਿਤੀ ਵਿੱਚ ਸਾਡੇ ਪ੍ਰਾਪਰਟੀ ਕੋਲ ਐਪਸੀਲੋਨ ਦੀ ਇਹ ਸੰਪਤੀ ਹੈ ਕਿ ਇਹ ਗੋਜ਼ 0 ਜਾਣਾ ਚਾਹੀਦਾ ਹੈ ਜਦੋਂ ਡੈਲਟਾ ਰੋ 0 ਤੇ ਜਾਂਦਾ ਹੈ। ਅਤੇ ਜੇ ਅਸੀਂ ਹੁਣ ਇਸ x ਸ਼ਬਦ ਨੂੰ ਰਾਈਟ ਹੈਂਡ ਸਾਈਡ ਲੈ ਜਾਂਦੇ ਹਾਂ, ਸਾਡੇ ਕੋਲ ਡੈਲਟਾ z ਮਾਈਨਸ ਹੈ। ਇਹ ਬਰਾਬਰ x ਐਪਸੀਲੋਨ ਟਾਈਮਸ ਗੁਣਾ ਦੇ ਬਰਾਬਰ ਹੈ ਇਹ ਡੈਲਟਾ ਰੋ, ਜਿਸ ਦਾ ਅਰਥ ਹੈ ਇਸ ਲਈ ਐਪਸੀਲੋਨ ਅਤੇ ਇਸ ਡੈਲਟਾ ਰੋ ਨੂੰ ਅਸੀਂ ਸਕੁਏਅਰ ਰੂਟ ਨਾਲ ਬਦਲ ਦਿੱਤਾ ਹੈ। ਸਕੁਏਅਰ ਡੈਲਟਾ x ਪਲਸ ਡੈਲਟਾ y। ਹੁਣ ਅਸੀਂ ਡਿਵਾਈਡਸ ਰੂਟ ਡੈਲਟਾ x ਸਕੁਏਅਰ ਰੂਟ ਪਲਸ ਅਤੇ ਡੈਲਟਾ y ਸਕੁਏਅਰ ਨਾਲ ਮਲਟੀਪਲਾਈ ਬਾਏ ਸਕਦੇ ਹਾਂ। ਇਸ ਹੇਠ ਦਿੱਤੇ ਪ੍ਰਾਪਤ ਕਰਨ ਲਈ ਉਸੇ ਨਾਲ ਐਕਸਪ੍ਰੈਸ਼ਨ ਕਰ ਸਕਦੇ ਹਾਂ। ਐਪਸੀਲੋਨ ਡੈਲਟਾ x ਸਕੁਏਅਰ ਪਲਸ ਡੈਲਟਾ y ਨੂੰ ਇਸ ਸਕੁਏਅਰ ਰੂਟ ਮੂਲ ਦੁਆਰਾ ਇੱਥੇ ਵੰਡਿਆ ਗਿਆ। ਹੁਣ ਅਸੀਂ ਇਨਟੂ ਦੋ ਹਿੱਸਿਆਂ ਵੰਡ ਸਕਦੇ ਹਾਂ। ਇੱਥੇ ਐਪਸੀਲੋਨ ਅਤੇ ਇੱਕ ਡੈਲਟਾ x ਨੂੰ ਇਸ ਮਿਆਦ ਦੁਆਰਾ ਵੰਡਿਆ ਗਿਆ ਹੈ ਅਤੇ ਦੂਜਾ ਡੈਲਟਾ x ਇੱਥੇ ਅਸੀਂ ਹੇਠਾਂ ਲਿਖਿਆ ਹੈ। ਪ੍ਰੋਡਕਟ ਦੇ ਨਾਲ ਪਲਸ ਦੁਬਾਰਾ ਉਹੀ ਸੰਕਲਪ ਇੱਥੇ ਇਹ ਐਪਸੀਲੋਨ ਇੱਕ ਡੈਲਟਾ y ਦੇ ਨਾਲ ਅਤੇ ਇਸ ਮਿਆਦ ਦੁਆਰਾ ਵੰਡਿਆ ਗਿਆ ਹੈ ਸਕੁਏਅਰ ਰੂਟ ਡੈਲਟਾ x ਸਕੁਏਅਰ ਪਲਸ ਡੈਲਟਾ y ਸਕੁਏਅਰ ਅਤੇ ਡੈਲਟਾ y। ਅਸੀਂ ਹੁਣ x ਵੇਖਦੇ ਹਾਂ z ਵਿੱਚ ਇਹ ਡੈਲਟਾ z ਵੇਰੀਏਸ਼ਨ ਅਸੀਂ z ਪਲਸ ਐਪਸੀਲੋਨ 1 ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਹ ਸਾਡਾ ਐਪਸੀਲੋਨ 1 ਡੈਲਟਾ x ਪਲਸ ਹੈ। ਇਹ ਐਪਸੀਲੋਨ 2 ਡੈਲਟਾ y ਹੈ ਅਤੇ ਜਿਸ ਦਾ ਅਰਥ ਹੈ ਕਿਉਂਕਿ ਇਹ x dj ਸੀ ਜੋ ਕਿ ਰਾਈਟ ਹੈਂਡ ਗੋਜ਼ ਟੂ ਰਾਈਟ ਹੈਂਡ ਸਾਈਡ ਜਾਂਦਾ ਹੈ ਅਤੇ ਫਿਰ ਇਹ ਐਪਸੀਲੋਨ ਸਕੁਏਅਰ ਹੈ ਇੱਕ ਮਿਆਦ ਅਤੇ ਇਹ ਐਪਸੀਲੋਨ 2 ਮਿਆਦ ਹੈ ਅਤੇ x ਉਹਨਾਂ ਕੋਲ ਇਹ ਪ੍ਰਾਪਰਟੀ ਹੈ ਕਿ ਉਹ ਦੁਬਾਰਾ 0 ਤੇ ਚਲੇ ਜਾਣਗੇ ਜੋ ਅਸੀਂ ਹੁਣੇ ਹੀ ਪਹਿਲਾਂ ਸਿੱਖਿਆ ਹੈ। ਇਹ x 0 ਤੇ ਜਾਏਗਾ, ਇਹ 0 ਤੇ ਵੀ ਜਾਵੇਗਾ ਅਤੇ ਅਸੀਂ ਇਸ ਡੈਲਟਾ z ਨੂੰ ਇਸ ਡੀਜ਼ ਟਰਮਜ਼ ਪਲਸ ਇਪਸੀਲਨ ਡੈਲਟਾ x ਪਲਸ ਐਪਸੀਲੋਨ ਡੈਲਟਾ y ਦੇ ਰੂਪ ਵਿੱਚ ਲਿਖਿਆ ਹੈ ਅਤੇ ਇਹ ਬਿਲਕੁਲ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਹੈ। ਅਸੀਂ ਹੁਣ x ਵੇਖਿਆ ਹੈ ਕਿ ਡਿਫਰੈਂਸ਼ੀਏਬਿਲਿਟੀ ਲਈ ਸਾਡੇ ਕੋਲ x ਇੱਥੇ ਬਰਾਬਰ ਦੀ ਪਰਿਭਾਸ਼ਾ ਹੈ ਕਿ ਵਿਭਿੰਨਤਾ ਇਹ ਡਿਫਰੈਂਸ਼ੀਏਬਿਲਿਟੀ ਹੈ ਕਿ ਇਹ ਲਿਮਿਟ 0 ਦੇ ਬਰਾਬਰ ਹੋਣੀ ਚਾਹੀਦੀ ਹੈ। ਜਾਂ ਅਸੀਂ ਇਹ ਵੀ ਵੇਖਿਆ ਹੈ ਕਿ ਜੇ ਇਹ ਲਿਮਿਟ 0 ਦੇ ਬਰਾਬਰ ਹੈ ਤਾਂ ਫੰਕਸ਼ਨ ਵੱਖਰਾ ਹੋਣਾ ਚਾਹੀਦਾ ਹੈ। ਇਸ ਲਿਮਿਟ ਦੀ ਪਰਿਭਾਸ਼ਾ ਨੂੰ ਇੱਥੇ ਵਿਭਿੰਨਤਾ ਦੀ ਜਾਂਚ ਕਰਨ ਲਈ ਡਿਫਰੈਂਸ਼ੀਏਬਿਲਿਟੀ ਸਕਦੇ ਹਾਂ ਕਿਉਂਕਿ ਇਸ ਲਿਮਿਟ ਨੂੰ ਪ੍ਰਾਪਤ ਕਰਨਾ ਇਸ ਡੈਲਟਾ z ਨੂੰ ਇਸ ਡੀਜ਼ ਅਤੇ ਐਪਸੀਲੋਨ ਡੈਲਟਾ x ਟਰਮਜ਼ ਡੈਲਟਾ y ਦੇ ਰੂਪ ਵਿੱਚ ਪ੍ਰਗਟ ਕਰਨ ਨਾਲੋਂ ਆਸਾਨ ਹੈ। ਅਸੀਂ ਜ਼ਿਆਦਾਤਰ ਟਾਈਮ ਇਸ ਦੀ ਵਰਤੋਂ ਕਰਾਂਗੇ ਫੰਕਸ਼ਨ ਦੀ ਵਿਭਿੰਨਤਾ ਨੂੰ x ਸਾਬਤ ਕਰਨ ਲਈ ਪਰਿਭਾਸ਼ਾ ਕਿਉਂਕਿ ਇਹ ਵਿਭਿੰਨਤਾ ਦੀ ਦੂਜੀ ਪਰਿਭਾਸ਼ਾ ਡਿਫਰੈਂਸ਼ੀਏਬਿਲਿਟੀ ਨਾਲੋਂ ਸੌਖਾ ਹੈ। ਇੱਥੇ ਅਸੀਂ ਇਸ x ਸਮੱਸਿਆ ਨੂੰ ਨੰਬਰ 1 ਲੈਂਦੇ ਹਾਂ ਅਤੇ ਅਸੀਂ ਦਿਖਾਵਾਂਗੇ ਕਿ ਇਸ ਸਥਿਤੀ ਵਿੱਚ ਫੰਕਸ਼ਨ ਨਿਰੰਤਰ ਹੈ ਅਤੇ ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਮੌਜੂਦ ਹਨ ਪਰ ਫੰਕਸ਼ਨ ਵੱਖਰਾ ਨਹੀਂ ਹੈ। ਅਤੇ x ਇਹ ਇਸ ਕਾਰਨ ਕਰਕੇ ਹੈ
ਨਿਰੰਤਰਤਾ ਅਤੇ ਅੰਸ਼ਕ ਪਾਰਸ਼ਲ ਡੈਰੀਵੇਟਿਵ ਦੀ ਅੰਸ਼ਕ ਪਾਰਸ਼ਲ ਡੈਰੀਵੇਟਿਵਸ ਦੀ ਹੋਂਦ ਇਹ ਦੋਵੇਂ ਵੱਖਰੀਤਾ ਲਈ ਜ਼ਰੂਰੀ ਸ਼ਰਤਾਂ ਹਨ ਜਿਨ੍ਹਾਂ ਅਸੀਂ ਇਹਨਾਂ x ਸਥਿਤੀਆਂ ਦੇ ਆਧਾਰ ਤੇ ਦੋ ਡਿਫਰੈਂਸ਼ੀਏਬਿਲਿਟੀ ਸਕਦੇ ਇਹ ਕਾਰਜ x ਵੱਖਰਾ ਹੈ ਇਹ ਇੱਕ ਉਦਾਹਰਣ ਹੈ ਅਸੀਂ ਦਿਖਾਵਾਂਗੇ ਕਿ ਇਹ ਦੋ ਫੰਕਸ਼ਨ ਨਿਰੰਤਰ ਹੈ ਇਹ ਇੱਕ ਉਦਾਹਰਣ ਹੈ ਅਸੀਂ ਦਿਖਾਵਾਂਗੇ ਕਿ ਇਹ ਫੰਕਸ਼ਨ ਨਿਰੰਤਰ ਹੈ ਅਤੇ ਅੰਸ਼ਕ ਪਾਰਸ਼ਲ ਡੈਰੀਵੇਟਿਵਸ ਐਗਜ਼ਿਸਟ f(x) ਅਤੇ f(y) ਮੌਜੂਦ ਹਨ ਪਰ ਫੰਕਸ਼ਨ ਵੱਖਰਾ ਨਹੀਂ ਹੈ ਪਹਿਲਾ ਪਾਰਸ਼ਲ ਡੈਰੀਵੇਟਿਵਸ ਦੀ ਹੋਂਦ ਅਸੀਂ f(x) ਦੀ ਪਰਿਭਾਸ਼ਾ 0 ਤੇ ਜਾਣਦੇ ਹਾਂ ਅਤੇ ਕੁਦਰਤੀ ਤੌਰ ਤੇ ਤੁਸੀਂ ਇਸ ਹੋਂਦ ਦੀ x ਨਿਰੰਤਰਤਾ ਨੂੰ 0 ਤੇ ਦਿਖਾਓਗੇ 0 ਅਤੇ ਇਹ ਵੀ ਕਿ ਫੰਕਸ਼ਨ ਇੱਥੇ ਮੂਲ ਤੇ ਓਰਿਜਿਨ ਨਹੀਂ ਹੈ f(x) 0 ਤੇ ਹੈ ਪਰਿਭਾਸ਼ਾ ਦੇ ਅਨੁਸਾਰ ਲਿਮਿਟ ਡੈਲਟਾ x goes to 0 ਤੇ ਜਾਂਦੀ ਹੈ ਅਤੇ f ਡੈਲਟਾ x 0 f 0 ਇਸ ਡੈਲਟਾ x ਟਰਮ ਤੇ ਇਹ x 0 ਹੋਵੇਗਾ ਕਿਉਂਕਿ ਇੱਥੇ x ਦੇ ਇਸ ਪ੍ਰੋਡਕਟ ਨੂੰ y ਸਕਦੇ ਹਾਂ ਸਾਡੇ ਕੋਲ ਇਹ ਦਲੀਲ f ਵਿੱਚ 0 ਦੇ ਰੂਪ ਵਿੱਚ ਹੈ ਫੰਕਸ਼ਨ ਨੂੰ 0 ਬਣਾ ਦੇਵੇਗਾ ਅਤੇ f 0 ਨੂੰ 0 ਤੇ ਪਰਿਭਾਸ਼ਿਤ ਕੀਤਾ ਗਿਆ ਹੈ ਸਾਡੇ ਕੋਲ 0 ਹੈ ਇਹ ਇੱਥੇ 0 ਹੈ ਅਤੇ ਇਹ ਵੀ 0 ਹੈ ਡੈਲਟਾ x ਦੁਆਰਾ 0 ਸਾਨੂੰ 0 ਮਿਲਦਾ ਹੈ ਇਸੇ x ਤਰ੍ਹਾਂ fy 0 ਲਈ ਸਾਡੇ ਕੋਲ f0 ਡੈਲਟਾ y f 0 ਹੈ ਅਤੇ ਦੁਬਾਰਾ ਇਹ ਇਸ x ਦਲੀਲ ਦੇ ਕਾਰਨ ਇੱਥੇ s 0 ਹੈ ਇਹ ਪ੍ਰੋਡਕਟ ਇਸ ਨੂੰ ਦੁਬਾਰਾ 0 ਬਣਾ ਦੇਵੇਗਾ ਅਤੇ ਇਹ 0 ਹੈ ਇਸ ਲਈ 0 ਅਤੇ x ਵੈਲਿਊ ਦੁਬਾਰਾ 0 ਰੂਪ ਪ੍ਰਾਪਤ ਕਰਾਂਗੇ ਸਾਡੇ ਕੋਲ 0 ਇਹ ਅੰਸ਼ਕ ਪਾਰਸ਼ਲ ਡੈਰੀਵੇਟਿਵਸ ਦੀ ਹੋਂਦ ਹੈ ਅਤੇ x ਦੇ ਸੰਬੰਧ ਵਿੱਚ ਅੰਸ਼ਕ ਡੈਰੀਵੇਟਿਵ ਦਾ ਵੈਲਿਊ 0 ਹੈ ਅਤੇ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ 0 ਤੇ ਅੰਸ਼ਕ ਦਾ ਪਾਰਸ਼ਲ ਡੈਰੀਵੇਟਿਵ ਵੈਲਿਊ ਵੀ ਹੁਣ y 0 ਹੈ ਨਿਰੰਤਰਤਾ x ਦੁਬਾਰਾ s ਸਧਾਰਨ ਫੰਕਸ਼ਨ ਕਾਰਜ ਜਿਸਨੂੰ ਅਸੀਂ ਬਦਲਣ ਤੋਂ ਪਹਿਲਾਂ ਟੈਸਟ ਚੁੱਕੇ ਹਾਂ ਪੋਲਰ ਕੋਆਰਡੀਨੇਟ s ਜੋ ਕਿ ਸੌਖਾ ਹੈ x ਬਰਾਬਰ ਹੈ cos y ਅਤੇ ਬਰਾਬਰ ਹੈ r sin ਥੀਟਾ ਅਸੀਂ ਉੱਥੇ ਸਬਸਟੀਟਿਊਟ ਬਦਲ ਸਕਦੇ ਹਾਂ ਅਤੇ ਲਿਮਿਟ ਲੈ ਸਕਦੇ ਹਾਂ ਜਿਵੇਂ ਕਿ goes to 0 ਤੇ ਜਾਂਦਾ ਹੈ ਸਬਸਟੀਟਿਊਟ ਇੱਥੇ x cos ਥੀਟਾ ਦੇ ਬਰਾਬਰ r ਰੱਖਦੇ ਹਾਂ y ਪਾਪ ਥੀਟਾ ਦੇ ਬਰਾਬਰ ਹੈ ਅਤੇ ਇੱਥੇ ਸਾਨੂੰ x ਸਕੁਏਅਰ ਰੂਟ ਦਾ ਸਿਰਫ r ਸਕੁਏਅਰ ਮੂਲ ਮਿਲੇਗਾ ਅਤੇ ਫਿਰ ਇੱਕ ਕੈਂਸਲ ਹੋ ਜਾਵੇਗਾ ਅਤੇ ਸਾਡੇ ਇੱਥੇ ਅਤੇ ਥੀਟਾ ਪਾਪ ਥੀਟਾ r goes to ਇਸ cos ਥੀਟਾ ਪਾਪ ਥੀਟਾ ਨੂੰ 0 ਕਰਨ ਲਈ ਉਹ ਇੱਥੇ ਬਾਉਂਡਡ ਹੋਏ ਹਨ ਇਹ ਲਿਮਿਟ x ਸਾਡੇ ਕੋਲ 0 ਤੇ ਜਾਏਗੀ ਅਤੇ ਫੰਕਸ਼ਨ ਵੀ x 0 ਤੇ ਹੈ ਫੰਕਸ਼ਨ ਬਿੰਦੂ ਤੇ ਨਿਰੰਤਰ ਹੈ ਫੰਕਸ਼ਨ x ਸਾਡੇ ਕੋਲ ਪੁਆਇੰਟ ਡੈਰੀਵੇਟਿਵਸ ਦੀ 0 ਹੋਂਦ ਹੈ ਸਾਡੇ ਕੋਲ ਨਿਰੰਤਰਤਾ ਪਾਰਸ਼ਲ ਡੈਰੀਵੇਟਿਵਸ ਫੰਕਸ਼ਨ ਹੈ ਹੁਣ ਅਸੀਂ ਇਸ x ਫੰਕਸ਼ਨ ਦੀ ਵਿਭਿੰਨਤਾ ਲਈ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ ਜਾਂਚ ਕਰਾਂਗੇ ਹੁਣ ਸਾਨੂੰ ਇਸ ਡਿਫਰੈਂਸ਼ੀਏਬਿਲਿਟੀ ਲਿਮਿਟ ਪਰਿਭਾਸ਼ਾ ਫੰਕਸ਼ਨ ਤੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਜਿਵੇਂ ਕਿ ਆਈ ਕਿਹਾ ਕਿ ਇਹ ਬਹੁਤ ਸੌਖਾ ਹੈ ਇਸ ਲਈ ਸਾਨੂੰ ਪਤਾ ਲੱਗੇਗਾ ਕਿ ਇੱਥੇ x ਲਿਮਿਟ ਕੀ ਹੈ ਡੈਲਟਾ z ਮਾਈਨਸ ਡੈਲਟਾ ਰੋ ਦੇ ਉੱਤੇ ਘਟਾਓ z ਡੈਲਟਾ z x ਅਤੇ y ਵਿੱਚ ਇਹ ਪੁਆਇੰਟ 0 ਹੈ ਇਸ ਬਿੰਦੂ 0 ਪਲਸ ਡੈਲਟਾ x ਅਤੇ f ਪਲਸ ਡੈਲਟਾ y ਅਤੇ ਮਾਈਨਸ f 0 ਇਹ f 0 ਹੈ f ਡੈਲਟਾ x ਡੈਲਟਾ y ਹੈ ਇਸ x ਨੂੰ ਡੈਲਟਾ x ਡੈਲਟਾ y ਦੁਆਰਾ ਬਦਲਿਆ ਜਾਵੇਗਾ ਸਾਡੇ ਕੋਲ ਹੈ x ਡੈਲਟਾ ਅਤੇ ਡੈਲਟਾ y ਸਕੁਏਅਰ ਰੂਟ ਡੈਲਟਾ x ਸਕੁਏਅਰ ਪਲਸ ਡੈਲਟਾ ਸਕੁਏਅਰ ਅਤੇ ਹੁਣ ਇਹ z ਡਿਫਰੈਂਸ਼ੀਅਲ x ਡੈਲਟਾ x y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਦੇ ਸੰਬੰਧ ਵਿੱਚ z ਦਾ ਪਲਸ ਅਧੂਰਾ ਡੈਰੀਵੇਟਿਵ ਦੇ ਸੰਬੰਧ ਵਿੱਚ ਅੰਸ਼ਕ ਪਾਰਸ਼ਲ ਡੈਰੀਵੇਟਿਵ ਹੈ ਅਤੇ ਫਿਰ ਸਾਡੇ ਕੋਲ ਡੈਲਟਾ y 2x ਹਨ ਅਸੀਂ ਹੁਣੇ ਪਹਿਲਾਂ ਵੇਖਿਆ ਹੈ ਕਿ 0 ਹਨ ਅਸੀਂ ਇਸ ਡੀਜ਼ਲ ਦੀ ਮਿਆਦ ਨੂੰ 0 ਦੇ ਰੂਪ ਵਿੱਚ x ਪ੍ਰਾਪਤ 0 ਕਰਾਂਗੇ ਅਤੇ ਫਿਰ ਇਹ ਲਿਮਿਟ ਡੈਲਟਾ z ਉੱਤੇ ਡੀਜ਼ਲ ਉੱਤੇ ਡੈਲਟਾ ਰੋ ਆਰੋ ਇਹ ਡੈਲਟਾ z ਡੈਲਟਾ x ਡੈਲਟਾ y ਡੈਲਟਾ x ਸਕੁਏਅਰ ਪਲਸ ਡੈਲਟਾ y ਸਕੁਏਅਰ ਅਤੇ dz 0 ਹੈ ਕਰਾਂਗੇ ਹੁਣ ਪ੍ਰਾਪਤ ਕਰੋ ਇਹ ਡੈਲਟਾ x ਡੈਲਟਾ y ਅਤੇ ਇਹ ਡੈਲਟਾ ਰੋ ਵੀ ਸੀ ਸਕੁਏਅਰ ਰੂਟ ਡੈਲਟਾ x ਸਕੁਏਅਰ ਪਲਸ ਡੈਲਟਾ y ਸਕੁਏਅਰ ਅਤੇ ਸਾਡੇ ਕੋਲ ਇੱਥੇ ਇੱਕ ਸਕੁਏਅਰ ਰੂਟ ਹੈ ਸਾਨੂੰ ਇਹ ਮਿਆਦ ਬਿਨਾਂ ਰਸਕੁਏਅਰ ਰੂਟ ਮਿਲੇਗੀ ਡੈਲਟਾ x ਡੈਲਟਾ y ਡੈਲਟਾ x ਸਕੁਏਅਰ ਪਲਸ ਡੈਲਟਾ y ਸਕੁਏਅਰ ਅਤੇ ਹੁਣ ਅਸੀਂ ਇਸ ਲਿਮਿਟ ਨੂੰ ਵੇਖਾਂਗੇ ਅਸੀਂ ਇੱਥੇ ਇਸ ਮਾਰਗ ਨੂੰ ਅਪਣਾਉਂਦੇ ਡੈਲਟਾ y ਮੀਲ ਦੇ ਨਾਲ ਇਨਟੂ ਡੈਲਟਾ x ਦੇ ਬਰਾਬਰ m ਹੁੰਦਾ ਹੈ
ਤਾਂ ਇੱਕ ਸਪਸ਼ਟ ਤੌਰ ਤੇ ਵੇਖ ਸਕਦਾ ਹੈ ਕਿਉਂਕਿ ਸਾਡੇ ਕੋਲ ਇਹ ਚਤੁਰਭੁਜੀ ਸ਼ਬਦ ਹੈ ਅਤੇ ਉਹਨਾਂ ਵਿੱਚੋਂ ਹਰ ਇੱਕ ਹੈ ਕੁਆਡਰੈਟਿਕ ਵੀ। ਆਸਾਨੀ ਨਾਲ ਸਮਝ ਸਕਾਂਗੇ ਕਿ ਜਦੋਂ ਅਸੀਂ ਇਹ ਵਿਸ਼ੇਸ਼ ਹਿੱਸਾ ਲੈਂਦੇ ਹਾਂ ਡੈਲਟਾ ਮੀ ਡੈਲਟਾ x ਦੇ m ਬਰਾਬਰ ਹੈ ਡੈਲਟਾ x 0 ਲੀਨੀਅਰ ਡੈਲਟਾ y 0 ਤੇ ਮਾਰਗ। ਅਸੀਂ ਇੱਥੇ ਸਿਰਫ ਉਦੋਂ ਪ੍ਰਾਪਤ ਕਰਾਂਗੇ ਜਦੋਂ ਅਸੀਂ ਡੈਲਟਾ y ਨੂੰ ਡੈਲਟਾ x ਦੇ ਬਰਾਬਰ ਰੱਖਾਂਗੇ। ਇੱਥੇ ਸਕੁਏਅਰ ਡੈਲਟਾ x ਸਕੁਏਅਰ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਅਤੇ ਅਸੀਂ ਇਸ ਕੈਂਸਲ ਨੂੰ 1 ਤੋਂ ਵੱਧ ਪਲੱਸ m ਸਕੁਏਅਰ ਵਿੱਚ ਪ੍ਰਾਪਤ ਕਰਾਂਗੇ। ਇਹ x ਫੰਕਸ਼ਨ ਵੱਖਰਾ ਨਹੀਂ ਹੈ ਕਿਉਂਕਿ ਇਹ ਲਿਮਿਟ ਐਗਜ਼ਿਸਟ ਨਹੀਂ ਹੈ, ਲਿਮਿਟ ਇਸ ਮਾਰਗ ਤੇ ਨਿਰਭਰ ਕਰਦੀ ਹੈ। x ਫੰਕਸ਼ਨ ਵਿਭਿੰਨਤਾ ਲਈ ਵੱਖਰਾ ਨਹੀਂ ਹੈ। ਇਹ ਲਿਮਿਟ ਡਿਫਰੈਂਸ਼ੀਏਬਿਲਿਟੀ ਦੇ ਬਰਾਬਰ ਹੋਣੀ ਚਾਹੀਦੀ ਹੈ। ਪਰ ਜੋ ਅਸੀਂ ਵੇਖਿਆ ਹੈ ਕਿ ਇਹ x ਲਿਮਿਟ ਐਗਜ਼ਿਸਟ ਨਹੀਂ ਹੈ ਅਤੇ ਇਸ ਲਈ ਫੰਕਸ਼ਨ ਗਿਆ ਕਾਰਜ ਵੱਖਰਾ ਨਹੀਂ ਹੈ। ਜੋ ਅਸੀਂ ਇਸ x ਉਦਾਹਰਣ ਵਿੱਚ ਵੇਖਿਆ ਹੈ ਕਿ ਫੰਕਸ਼ਨ ਨਿਰੰਤਰ ਹੈ ਅਤੇ ਇਸ ਦੇ s ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਐਗਜ਼ਿਸਟ ਹਨ ਪਰ ਫੰਕਸ਼ਨ ਵੱਖਰਾ ਨਹੀਂ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਸਿਮਿਲਰ ਇੱਥੇ ਵੀ ਅਸੀਂ ਵੇਖਾਂਗੇ ਕਿ x ਫੰਕਸ਼ਨ ਨਿਰੰਤਰ ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਐਗਜ਼ਿਸਟ ਹੈ ਪਰ ਇਹ ਵੱਖਰਾ ਨਹੀਂ ਹੈ। ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਦੀ ਹੋਂਦ ਦੁਬਾਰਾ ਸੌਖੀ ਹੈ। x ਦੇ ਸੰਬੰਧ ਵਿੱਚ ਅੰਸ਼ਕ ਪਾਰਸ਼ਲ ਡੈਰੀਵੇਟਿਵ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਹੈ। f ਡੈਲਟਾ x 0 ਇੱਥੇ ਜੇ ਤੱਤਾ y 0 ਹੋ ਤੁਹਾਨੂੰ ਇਸ ਡੈਲਟਾ x ਸਕੁਏਅਰ ਦੇ ਉੱਪਰ ਡੈਲਟਾ x ਕਿਊਬ ਮਿਲੇਗਾ ਅਤੇ ਇਹ f 0 ਹੈ ਇਸ ਲਈ ਅਤੇ ਇਹ ਡੈਲਟਾ x ਸਕੁਏਅਰ ਵੀ ਉੱਥੇ ਹੈ। ਅਸੀਂ ਮੂਲ ਰੂਪ ਵਿੱਚ ਇਹ ਲਿਮਿਟ 1 ਦੇ ਰੂਪ ਵਿੱਚ ਪ੍ਰਾਪਤ ਕਰਾਂਗੇ ਕਿਉਂਕਿ f ਡੈਲਟਾ x 0 ਡੈਲਟਾ x ਸਕੁਏਅਰ ਦੇ ਉੱਤੇ ਡੈਲਟਾ x ਕਿਊਬ ਅਤੇ ਫਿਰ ਇਸ ਪਰਿਭਾਸ਼ਾ ਤੋਂ ਇੱਕ ਡੈਲਟਾ x ਹੋਵੇਗਾ। ਇਹ ਇੱਕ x ਦੇ ਰੂਪ ਹੋਵੇਗਾ। ਇਹ ਲਿਮਿਟ 1 ਹੈ ਅਤੇ ਤਰ੍ਹਾਂ x f y 0 ਤੇ ਜਦੋਂ ਅਸੀਂ ਕੰਪਿਊਟ ਕਰਦੇ ਹਾਂ ਸਥਿਤੀ ਵਿੱਚ ਇੱਥੇ ਇਹ x 0 ਪ੍ਰਾਪਤ ਕਰਾਂਗੇ 0 ਅਤੇ ਤੁਹਾਨੂੰ 2 ਡੈਲਟਾ y ਕਿਊਬ ਮਿਲੇਗਾ ਅਤੇ ਫਿਰ ਇੱਥੇ ਵੀ ਡੈਲਟਾ y ਸਕੁਏਅਰ ਅਤੇ ਇਹ ਡੈਲਟਾ y ਕਿਊਬ ਬਣਾਏਗਾ। ਇਸ ਲਈ ਇਹ x ਡੈਲਟਾ y ਕਿਊਬ ਕੈਂਸਲ ਹੋ ਜਾਵੇਗਾ ਅਤੇ ਸਾਨੂੰ ਇਹ ਲਿਮਿਟ 2 ਦੇ ਰੂਪ ਵਿੱਚ ਮਿਲੇਗੀ। x ਦੇ ਸੰਬੰਧ ਵਿੱਚ ਅੰਸ਼ਕ ਡੈਰੀਵੇਟਿਵ 1 ਹੈ ਅਤੇ ਦੇ ਸੰਬੰਧ ਵਿੱਚ ਅੰਸ਼ਕ ਪਾਰਸ਼ਲ ਡੈਰੀਵੇਟਿਵ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ y2। ਹੁਣ ਦੁਬਾਰਾ ਇਸ ਫੰਕਸ਼ਨ ਦੀ ਨਿਰੰਤਰਤਾ ਤੇ ਆਉਣਾ ਇਹ ਸਧਾਰਨ ਹੈ ਅਤੇ ਅਸੀਂ ਇਸ ਨੂੰ ਪੋਲਰ ਕੋਆਰਡੀਨੇਟ ਵਿੱਚ ਬਦਲ ਕੇ ਦਿਖਾ ਸਕਦੇ ਹਾਂ cos ਕਿਉਂਕਿ xy ਬਰਾਬਰ rcn ਥੀਟਾ ਅਤੇ ਇਹ ਵੇਖਣਾ ਆਸਾਨ ਹੈ ਕਿ ਇਹ ਇੱਥੇ ਸਕੁਏਅਰ ਦੀ ਮਿਆਦ ਹੋਵੇਗੀ ਅਤੇ ਸਾਨੂੰ ਉੱਥੋਂ r ਕਣ ਵੀ ਉੱਥੋਂ x ਕਣ ਮਿਲੇਗਾ। ਅਸੀਂ ਅੰਕਾਂ ਵਿੱਚ ਇੱਕ r ਨਿਊਮਰੇਟਰ x ਪ੍ਰਾਪਤ ਕਰਾਂਗੇ ਅਤੇ ਇਸ cos ਕਿਊਬ ਥੀਟਾ ਦੇ 2 ਸੀਨ ਫੰਕਸ਼ਨ ਬਾਉਂਡਡ ਕਿਊਬ ਥੀਟਾ ਪਲਸ ਦੇ ਕੁਝ ਬੰਨੇ ਕਾਰਜਾਂ ਦੇ ਨਾਲ ਜਦੋਂ r goes to 0 x ਲਿਮਿਟ 0 ਹੋ ਜਾਵੇਗੀ। ਸਾਡੇ ਕੋਲ ਇਹ ਲਿਮਿਟ ਫੰਕਸ਼ਨ ਵੈਲਿਊ 0 ਦੇ ਬਰਾਬਰ ਹੈ। ਫੰਕਸ਼ਨ ਐਗਜ਼ਿਸਟ ਵੈਲਿਊ 0 ਹੈ ਇਸ ਲਈ ਇਹ x ਫੰਕਸ਼ਨ ਨਿਰੰਤਰ ਜਾਰੀ ਹੈ। ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਮੌਜੂਦ ਹਨ ਅਤੇ ਫੰਕਸ਼ਨ ਨਿਰੰਤਰ ਹੈ। ਅਸੀਂ ਹੁਣ ਇਹ ਦਿਖਾਉਣ ਲਈ ਅੱਗੇ ਵਧਾਂਗੇ ਕਿ x ਫੰਕਸ਼ਨ ਇਸ ਸਮੇਂ ਵੱਖਰਾ ਨਹੀਂ ਹੈ। ਇਸ ਪੁਆਇੰਟ ਸਾਨੂੰ ਇਸ ਲਿਮਿਟ ਨੂੰ ਦੁਬਾਰਾ ਦਿਖਾਉਣ ਦੀ ਜ਼ਰੂਰਤ ਜਿੱਥੇ ਇਹ ਡੈਲਟਾ z ਇਹ ਅੰਤਰ ਹੈ ਜੋ ਦੁਬਾਰਾ ਇਹ 0 ਹੈ ਅਤੇ ਡੈਲਟਾ x ਡੈਲਟਾ y ਇਸ x ਨੂੰ ਸਿਰਫ ਡੈਲਟਾ x ਅਤੇ ਡੈਲਟਾ y ਦੁਆਰਾ dz ਟਰਮ z ਨਾਲ ਬਦਲਿਆ ਡੈਲਟਾ y ਜਾਵੇਗਾ। ਇਸ ਲਈ ਡੈਲ z ਟਰਮਜ਼ ਓਵਰ ਡੈਲ x 0 ਡੈਲਟਾ x ਤੇ 1 ਹੈ ਅਤੇ ਇਹ 2 ਉੱਥੇ ਸੀ ਕੋਲ ਡੈਲਟਾ x ਪਲਸ 2 ਡੈਲਟਾ y ਹਨ। ਅਸੀਂ ਇਸ ਨੂੰ ਲੈਂਦੇ ਹਾਂ ਇੱਥੇ ਲਿਮਿਟ ਇੱਕ ਵਾਰ ਫਿਰ ਇਸ ਨੂੰ ਸੀਮਿਤ ਕਰੋ ਅਤੇ ਫਿਰ ਇਹ ਡੈਲਟਾ z ਜੋ ਡੈਲਟਾ x ਸਕੁਏਅਰ ਪਲਸ ਅਤੇ 2 ਡੈਲਟਾ y ਸਕੁਏਅਰ ਹੈ ਅਤੇ ਇਹ ਡੈਲਟਾ ਸਕੁਏਅਰ ਪਲਸ ਡੈਲਟਾ x ਸਕੁਏਅਰ ਮਾਈਨਸ ਇਹ z ਮਿਆਦ ਡੈਲਟਾ x ਹੋਰ 2 ਡੈਲਟਾ y ਹੈ। ਇੱਕ ਉਸ ਡੈਲਟਾ ਨੂੰ ਸਰਲ ਬਣਾ ਸਕਦਾ ਹੈ ਇਸ ਸਕੁਏਅਰ ਵਿੱਚ ਡੈਲਟਾ x ਸਕੁਏਅਰ ਡੈਲਟਾ y ਅਤੇ ਸਕੁਏਅਰ ਡਿਨੋਮੀਨੇਟਰ ਕੋਲ ਫਿਰ ਡੈਲਟਾ x ਸਕੁਏਅਰ ਅਤੇ 2 ਗੁਣਾ ਡੈਲਟਾ y ਸਕੁਏਅਰ ਮਾਈਨਸ ਪ੍ਰੋਡਕਟ ਇਹ ਉਤਪਾਦ ਜੋ ਸਾਨੂੰ ਡੈਲਟਾ x ਕਿਊਬ ਨੂੰ ਇੱਕ ਮਿਆਦ ਦੇਵੇਗਾ ਅਤੇ ਘਟਾਓ 2 ਟਾਈਮਸ ਡੈਲਟਾ x ਸਕੁਏਅਰ ਅਤੇ ਡੈਲਟਾ y ਮਿਆਦ ਫਿਰ ਸਾਨੂੰ ਇਹ ਡੈਲਟਾ y ਸਕੈਲਰ ਡੈਲਟਾ x ਸਕੁਏਅਰ ਟਰਮ ਵੀ ਮਿਲੇਗਾ ਅਤੇ ਫਿਰ ਮਾਈਨਸ 2 ਟਾਈਮਸ ਡੈਲਟਾ y ਕਿਊਬ ਟਰਮ ਮਿਲੇਗਾ ਅਤੇ ਇਹ 2 ਟਾਈਮਸ x ਡੈਲਟਾ y ਕਿਊਬ ਹੈ। ਇੱਥੇ ਕਿਊਬ ਡੈਲਟਾ x ਕਿਊਬ ਵੀ ਰੱਦ ਹੋ ਜਾਵੇਗਾ 2 ਵਾਰ ਟਾਈਮਸ ਡੈਲਟਾ x ਤੇ ਡੈਲਟਾ y ਕਿਊਬ ਕੈਂਸਲ ਹੋ ਜਾਵੇਗਾ ਅਤੇ ਤੁਸੀਂ ਟਰਮਜ਼ ਇਸ ਡੈਲਟਾ y ਸਕੁਏਅਰ ਅਤੇ x ਸਕੁਏਅਰ ਦੇ ਨਾਲ ਉੱਥੇ ਸਿਰਫ ਇਹ 2 ਸ਼ਰਤਾਂ ਪ੍ਰਾਪਤ ਕਰੋਗੇ। ਅਸੀਂ ਇਸ ਡੈਲਟਾ x ਸਕੁਏਅਰ 2 ਅਤੇ ਇਸ ਡੈਲਟਾ y ਨੂੰ ਮਾਈਨਸ ਡੈਲਟਾ x ਅਤੇ ਡੈਲਟਾ y ਟਾਈਮਸ
ਅਤੇ ਇਹ ਡੈਲਟਾ x ਸਕੁਏਅਰ ਪਲਸ ਡੈਲਟਾ y ਸਕੁਏਅਰ ਇਕੱਠੇ ਮਿਲਦੇ ਹਾਂ, ਇਸ ਦੇ ਨਾਲ ਤੁਹਾਨੂੰ ਇਹ ਪਾਵਰ 3 ਨਾਲ 2 ਮਿਲੇਗੀ। ਅਸੀਂ ਇਸ ਮਾਰਗ ਨੂੰ ਅਪਣਾਉਂਦੇ ਡੈਲਟਾ y ਬਰਾਬਰ m ਡੈਲਟਾ x ਦੇ ਬਰਾਬਰ। ਦੁਬਾਰਾ ਉਹੀ ਸਥਿਤੀ ਹੈ, ਇੱਥੇ ਸਾਡੇ ਕੋਲ ਡੈਲਟਾ x ਕਿਊਬ ਕਾਮਨ ਹੈ, ਇੱਥੇ ਵੀ ਸਾਨੂੰ ਡੈਲਟਾ x ਕਿਊਬ ਆਮ ਮਿਲੇਗਾ। ਅਤੇ ਇਹ ਡੈਲਟਾ y ਸਕੁਏਅਰ ਡੈਲਟਾ x ਸਕੁਏਅਰ ਬਣ m ਜਾਵੇਗਾ। ਇਹ ਪਾਵਰ 2 3 ਗੁਣਾ ਹੈ। ਇੱਥੇ ਅਸੀਂ ਕਾਮਨ ਡੈਲਟਾ x ਕਿਊਬ ਵੀ ਲੈ ਸਕਦੇ ਹਾਂ। ਡੈਲਟਾ x ਹਰ ਜਗ੍ਹਾ ਰੱਦ ਕਰ ਦਿੱਤਾ ਜਾਵੇਗਾ। ਅਤੇ ਤੁਹਾਨੂੰ ਹੱਦ ਲਿਮਿਟ ਕੇ ਮਿਲੇਗੀ, ਇਹ ਮੀਟਰ ਸਕੁਏਅਰ ਮਾਈਨਸ m ਹੈ ਅਤੇ ਇੱਥੇ 1 ਤੋਂ ਵੱਧ ਮੀਟਰ ਸਕੁਏਅਰ 2 x ਅਤੇ ਤੁਹਾਨੂੰ ਹੱਦ ਘਟਾ ਕੇ ਮਿਲੇਗੀ, ਇਹ ਪਲਸ ਸਕੁਏਅਰ ਮਾਈਨਸ m ਹੈ ਅਤੇ ਇੱਥੇ 1 ਤੋਂ 3 ਸਕੁਏਅਰ 2। ਇਹ ਮਾਰਗ ਨਿਰਭਰ x ਲਿਮਿਟ ਹੋਵੇਗੀ m ਦੇ ਆਧਾਰ ਤੇ। ਸਾਡੇ ਕੋਲ ਲਿਮਿਟ ਲਈ ਇੱਕ ਵੱਖਰਾ ਨੰਬਰ ਹੈ, ਇਹ ਇਸ ਲਈ ਇਹ ਲਿਮਿਟ ਐਗਜ਼ਿਸਟ ਨਹੀਂ ਹੈ। ਅਤੇ ਦੁਬਾਰਾ ਇਹ ਫੰਕਸ਼ਨ ਵੱਖਰੀ ਨਹੀਂ ਹੈ। ਅਗਲੀ ਸਮੱਸਿਆ ਇੱਥੇ ਅਸੀਂ ਦਿਖਾਵਾਂਗੇ ਕਿ ਫੰਕਸ਼ਨ ਵੱਖਰਾ ਹੈ ਪਰ x ਅਤੇ fy ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਨੂੰ ਲਗਾਤਾਰ ਯਾਦ ਨਹੀਂ ਹੈ। ਯਾਦ ਰੱਖੋ ਕਿ ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਦੀ ਨਿਰੰਤਰਤਾ ਵਿਭਿੰਨਤਾ x ਲਈ ਡਿਫਰੈਂਸ਼ੀਏਬਿਲਿਟੀ ਕਾਫੀ ਹੈ। ਇਸ ਲਈ ਫੰਕਸ਼ਨ ਵੱਖਰਾ ਹੋ ਸਕਦਾ ਹੈ ਪਰ fy x ਅਤੇ ਨਿਰੰਤਰ ਨਹੀਂ ਹੋ ਸਕਦਾ। ਜੇ ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ x ਅਤੇ fy ਨਿਰੰਤਰ ਹਨ, ਜਿਸ ਦਾ ਸਿੱਧਾ ਅਰਥ ਹੋਵੇਗਾ ਕਿ ਫੰਕਸ਼ਨ ਵੱਖਰਾ ਹੈ। ਪਰ ਜੇ ਅਸੀਂ x ਅਤੇ fy ਦੀ ਨਿਰੰਤਰਤਾ ਨੂੰ ਸਾਬਤ ਨਹੀਂ ਕਰ ਸਕਦੇ ਤਾਂ ਅਸੀਂ ਦੀ ਭਿੰਨਤਾ ਬਾਰੇ ਕੁਝ ਵੀ ਸਿੱਟਾ ਨਹੀਂ ਡਿਫਰੈਂਸ਼ੀਏਬਿਲਿਟੀ ਸਕਦੇ। ਇਹ ਉਦਾਹਰਣ ਬਿਲਕੁਲ ਦਰਸਾਉਂਦੀ ਹੈ ਕਿ ਫੰਕਸ਼ਨ ਵੱਖਰਾ ਹੈ ਪਰ x ਅਤੇ fy ਇਸ ਕੇਸ ਵਿੱਚ ਨਿਰੰਤਰ ਨਹੀਂ ਹਨ। ਹੁਣ ਅੰਸ਼ਕ ਪਾਰਸ਼ਲ ਡੈਰੀਵੇਟਿਵ ਦੀ ਹੋਂਦ, ਕਿਉਂਕਿ ਸਾਨੂੰ ਇਹ ਦਿਖਾਉਣਾ ਹੈ ਕਿ x ਲੋੜੀਂਦੀਆਂ ਸ਼ਰਤਾਂ ਵਿਭਿੰਨਤਾ ਲਈ ਸੰਤੁਸ਼ਟ ਡਿਫਰੈਂਸ਼ੀਏਬਿਲਿਟੀ ਹਨ। ਜੇ ਲੋੜੀਂਦੀਆਂ ਸ਼ਰਤਾਂ ਵਿੱਚੋਂ ਇੱਕ ਦੀ ਉਲੰਘਣਾ ਹੁੰਦੀ ਹੈ ਤਾਂ ਅਸੀਂ x ਤੁਰੰਤ ਦਾਅਵਾ ਕਰ ਸਕਦੇ ਹਾਂ ਕਿ ਫੰਕਸ਼ਨ ਵੱਖਰਾ ਨਹੀਂ ਹੈ। ਦੁਬਾਰਾ ਅੰਸ਼ਕ ਪਾਰਸ਼ਲ ਡੈਰੀਵੇਟਿਵ ਦੀ ਹੋਂਦ ਹੈ। ਸਾਡੇ ਕੋਲ ਪਰਿਭਾਸ਼ਾ ਹੈ ਡੈਲਟਾ x ਸਿਫਰ ਘਟਾਓ ਮਾਈਨਸ f ਸਿਫਰ ਡੈਲਟਾ x ਦੇ ਉੱਤੇ। ਅਤੇ ਇਸ ਸਥਿਤੀ ਵਿੱਚ ਅਸੀਂ ਦਿਖਾ ਸਕਦੇ ਹਾਂ ਕਿ ਇਹ ਸਿਫਰ ਹੈ, ਕਿਉਂਕਿ ਇੱਥੇ f ਡੈਲਟਾ x, ਇਹ ਡੈਲਟਾ y ਸਿਫਰ ਅਤੇ ਸਾਡੇ ਕੋਲ ਡੈਲਟਾ x ਹੈ। ਸਾਨੂੰ ਇਹ ਡੈਲਟਾ x ਸਕੁਏਅਰ ਮਿਲੇਗਾ ਅਤੇ ਫਿਰ ਅਸੀਂ ਇੱਥੇ 1 ਤੋਂ ਵੱਧ ਸਕੁਏਅਰ ਰੂਟ ਡੈਲਟਾ x ਸਕੁਏਅਰ ਰੂਟ ਦੇ ਨਾਲ ਲਾਗਤ ਦੀ ਮਿਆਦ ਪ੍ਰਾਪਤ ਕਰਾਂਗੇ। ਅਤੇ ਇੱਥੇ ਇਸ ਡੈਲਟਾ x ਮਿਆਦ ਦੁਆਰਾ ਵੰਡਿਆ ਗਿਆ ਅਤੇ ਇਹ ਸਿਫਰ ਹੈ। ਇਹ ਕੈਂਸਲ ਹੋ ਜਾਵੇਗਾ, ਇਸ ਲਈ ਇੱਥੇ ਕੁਝ ਬਾਉਂਡਡ ਹੈ। ਅਤੇ ਫਿਰ ਡੈਲਟਾ x ਗੋਜ਼ ਟੂ ਸਿਫਰ ਹੋ ਜਾਂਦਾ ਹੈ। x ਲਿਮਿਟ ਸਿਫਰ ਬਰਾਬਰ ਹੋਵੇਗੀ। ਅਤੇ ਇਸੇ ਤਰ੍ਹਾਂ ਅਸੀਂ ਦਿਖਾ ਸਕਦੇ ਹਾਂ ਕਿ fy ਸਿਫਰ ਤੇ ਵੀ ਸਿਫਰ ਹੈ। ਇਹ x ਫੰਕਸ਼ਨ ਕਿਸੇ ਵੀ ਤਰ੍ਹਾਂ ਸਿਮੈਟ੍ਰਿਕ ਹੈ। ਇਸ ਨੂੰ x ਦੁਬਾਰਾ ਸਿਫਰ ਵਿੱਚ ਪ੍ਰਾਪਤ। ਹੁਣ ਫੰਕਸ਼ਨ ਦੀ ਨਿਰੰਤਰਤਾ ਦੀ ਜਾਂਚ ਕਰਨਾ ਦੁਬਾਰਾ ਆਸਾਨ ਹੈ, ਕਿਉਂਕਿ ਜਦੋਂ x ਸਿਫਰ ਤੇ ਜਾਂਦਾ ਹੈ ਤਾਂ ਇਹ ਇੱਥੇ ਬੈਠਣ ਬਾਉਂਡਡ ਵਾਲੀ ਕੋਈ ਚੀਜ਼ ਹੁੰਦੀ ਹੈ ਅਤੇ xy ਗੋਜ਼ ਟੂ ਸਿਫਰ। ਕੁਦਰਤੀ fxy ਤੇ ਇਹ x ਗੋਜ਼ ਟੂ ਸਿਫਰ ਤੇ ਜਾਏਗਾ। x ਸਿਫਰ। ਦੁਬਾਰਾ ਫਿਰ ਅਸੀਂ ਪੋਲਰ ਕੋਆਰਡੀਨੇਟ ਨੂੰ ਵੀ ਬਦਲ ਕੇ ਵੇਖ ਸਕਦੇ ਹਾਂ। ਸਾਡੇ ਕੋਲ ਇੱਥੇ ਅਸੀਂ ਇਸ ਨੂੰ r ਸਕੁਏਅਰ ਪ੍ਰਾਪਤ ਕਰ ਸਕਦੇ ਹਾਂ ਅਤੇ ਫਿਰ x ਬਾਕੀ ਸਭ ਕੁਝ ਹੋ ਜਾਵੇਗਾ, ਬਾਉਂਡਡ ਜਾਵੇਗਾ ਅਤੇ ਜਿਵੇਂ ਕਿ ਗੋਜ਼ ਟੂ ਸਿਫਰ ਤੇ ਜਾਂਦਾ ਹੈ, ਸਿਫਰ ਹੋਵੇਗਾ, ਭਾਵੇਂ ਪੋਲਰ ਕੋਆਰਡੀਨੇਟ ਵਿੱਚ ਬਦਲ ਦਿਖਾਇਆ ਜਾ ਰਿਹਾ ਹੈ ਜਾਂ ਸਿੱਧਾ ਇੱਥੇ ਜਦੋਂ xy ਗੋਜ਼ ਟੂ ਸਿਫਰ ਤੇ ਜਾਂਦਾ ਹੈ। ਇਹ ਮਿਆਦ ਸਿਫਰ ਤੇ ਜਾਂਦੀ ਹੈ ਅਤੇ ਇਹ ਇੱਥੇ ਕੁਝ x ਬਾਉਂਡਡ ਚੀਜ਼ ਹੈ। ਅਸੀਂ x ਲਿਮਿਟ ਨੂੰ ਸਿੱਧਾ ਸਿਫਰ ਦੇ ਰੂਪ ਵਿੱਚ ਪ੍ਰਾਪਤ ਕਰਾਂਗੇ, ਜੋ ਵੈਲਿਊ ਸਿਫਰ ਪੁਆਇੰਟ ਤੇ ਫੰਕਸ਼ਨ ਵੈਲਿਊ ਹੈ। ਅਸੀਂ x ਵੇਖਿਆ ਹੈ ਕਿ ਫੰਕਸ਼ਨ ਨਿਰੰਤਰ ਹੈ ਅਤੇ ਹੁਣ ਡਿਫਰੈਂਸ਼ੀਏਬਿਲਿਟੀ ਵੱਲ ਆ ਰਿਹਾ ਹੈ। ਇਸ ਲਈ x ਫੰਕਸ਼ਨ ਦੇ ਲਈ ਅਸੀਂ ਇਸ ਡੈਲਟਾ z ਦੀ ਸਿੱਧੀ ਪਰਿਭਾਸ਼ਾ I ਨੂੰ ਇੱਥੇ ਲਵਾਂਗੇ, ਮੇਰਾ ਮਤਲਬ ਡੈਲਟਾ z ਲਈ ਹੈ। z ਵਿੱਚ ਭਿੰਨਤਾ ਇਸ f ਸਿਫਰ ਪਲਸ ਡੈਲਟਾ x ਸਿਫਰ ਪਲਸ ਡੈਲਟਾ y ਮਾਈਨਸ f ਸਿਫਰ ਇਸ ਲਈ ਹੋਵੇਗਾ, ਕਿਉਂਕਿ f ਸਿਫਰ ਹੈ, ਸਾਡੇ ਕੋਲ ਡੈਲਟਾ x ਡੈਲਟਾ y ਹੈ। ਡੈਲਟਾ ਦੁਆਰਾ ਬਦਲ ਦਿੱਤਾ ਜਾਵੇਗਾ, ਡੈਲਟਾ x ਡੈਲਟਾ y ਹੈ। ਅਤੇ ਇਹ dz ਦੇ ਸੰਬੰਧ ਵਿੱਚ ਦੇ ਹਿਸਾਬ ਨਾਲ x ਦੇ ਸੰਬੰਧ ਵਿੱਚ ਅੰਸ਼ਕ ਡੈਰੀਵੇਟਿਵ z ਦੇ ਸਿਫਰ ਦੇ ਆਦਰਸ਼ ਪਾਰਸ਼ਲ ਡੈਰੀਵੇਟਿਵ ਦੇ ਨਾਲ ਸਿਫਰ ਤੇ ਅਤੇ ਅਸੀਂ y ਵੇਖਿਆ ਹੈ ਕਿ ਉਹ ਵੈਲਿਊ ਸਿਫਰ ਸਨ। ਇਹ dz x ਸਿਫਰ ਹੈ ਅਤੇ ਹੁਣ ਇਹ ਭਾਗ ਇੱਥੇ ਅਤੇ ਫਿਰ ਅਸੀਂ x ਲਿਮਿਟ ਲੈ ਲਵਾਂਗੇ ਡੈਲਟਾ z, ਜੋ ਇੱਥੇ x ਦਿੱਤਾ ਗਿਆ ਹੈ, ਡੈਲਟਾ x ਸਕੁਏਅਰ ਅਤੇ ਡੈਲਟਾ y ਸਕੁਏਅਰ ਕੋਸ ਮਿਆਦ ਅਤੇ ਮਾਈਨਸ ਇਹ ਸਿਫਰ। ਅਤੇ ਇਹ ਡੈਲਟਾ ਰੋ ਸਕੁਏਅਰ ਰੂਟ ਡੈਲਟਾ x ਸਕੁਏਅਰ ਪਲਸ ਡੈਲਟਾ y ਸਕੁਏਅਰ ਹੈ। ਅਸੀਂ ਵੇਖਾਂਗੇ ਕਿ ਇਹ ਲਿਮਿਟ ਇੱਥੇ ਕੀ ਹੈ।
ਅਤੇ ਇਹ x ਰੱਦ ਕੀਤਾ ਜਾ ਸਕਦਾ ਹੈ। ਇਸ ਨਿਊਮਰੇਟਰ ਦੇ ਨਾਲ ਇਸ ਸਕੁਏਅਰ ਦੇ ਨਾਲ ਸਕੁਏਅਰ ਰੂਟ cos ਸ਼ਬਦ ਨੂੰ ਇੱਕ ਅੰਸ਼ ਵਿੱਚ x ਪ੍ਰਾਪਤ ਕਰਾਂਗੇ, ਅਤੇ ਹੁਣ ਇਹ ਮਿਆਦ ਅਸੀਂ ਆਸਾਨੀ ਨਾਲ ਵੇਖ ਸਕਦੇ ਹਾਂ ਕਿ ਲਿਮਿਟ ਇੱਥੇ ਡੈਲਟਾ x goes to ਦੀ 0 ਡੈਲਟਾ y ਅਤੇ 0 ਹੋ ਜਾਂਦੀ ਹੈ। ਕਿਉਂਕਿ ਇਹ ਮਿਆਦ x 0 ਤੇ ਜਾਏਗੀ ਅਤੇ ਇੱਥੇ ਕੁਝ ਬਾਉਂਡਡ ਹੈ, ਸਿੱਧਾ ਅਸੀਂ ਦਿਖਾ ਸਕਦੇ ਹਾਂ ਕਿ ਇਹ x ਵੈਲਿਊ 0 ਹੈ। ਇਸ ਦਾ ਅਰਥ ਹੈ ਕਿ ਜੇ ਇਹ ਲਿਮਿਟ 0 ਹੈ ਤਾਂ x ਫੰਕਸ਼ਨ ਵੱਖਰਾ ਹੈ। ਇਸ ਸਥਿਤੀ ਵਿੱਚ ਅਸੀਂ ਦੇਖਿਆ ਹੈ ਕਿ ਇਹ ਫੰਕਸ਼ਨ ਵੱਖਰਾ ਹੈ। ਹੁਣ ਕੀ ਦਿਖਾਉਣਾ ਹੈ ਕਿ ਅਸੀਂ x ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਦੀ ਨਿਰੰਤਰਤਾ ਤੇ ਜਾਵਾਂਗੇ ਅਤੇ ਅਸੀਂ ਵੇਖਾਂਗੇ ਕਿ ਇਸ ਮਾਮਲੇ ਵਿੱਚ ਅੰਸ਼ਕ ਡੈਰੀਵੇਟਿਵਜ਼ ਨਿਰੰਤਰ ਨਹੀਂ ਹਨ। x ਅਤੇ ਦੀ ਨਿਰੰਤਰਤਾ ਨੂੰ ਸਾਬਤ ਕਰਨ ਲਈ ਸਾਨੂੰ ਗੈਰ ਮੂਲ ਬਿੰਦੂ ਤੇ x ਅਤੇ fy origin ਪੁਆਇੰਟ ਦੀ ਜ਼ਰੂਰਤ ਹੈ। ਇੱਥੇ x s 0 ਦੇ ਬਰਾਬਰ ਨਹੀਂ ਹੈ। ਅਤੇ ਜਦੋਂ 0 ਦੇ ਬਰਾਬਰ ਸਾਡੇ ਕੋਲ 0 ਹੁੰਦਾ ਹੈ ਤਾਂ ਇੱਥੇ ਵੀ ਉਹੀ ਗਲਤੀ ਹੋ ਸਕਦੀ ਹੈ। ਕਰ ਸਕਦੇ ਹਾਂ ਇਹ 0 ਤੇ ਫੰਕਸ਼ਨ ਨੂੰ ਪਰਿਭਾਸ਼ਿਤ ਕੀਤਾ ਗਿਆ 0 ਦੇ ਰੂਪ ਵਿੱਚ ਅਤੇ ਕੋਲ 0 ਹੁੰਦਾ ਹੈ ਜਦੋਂ x y 0 ਦੇ ਬਰਾਬਰ ਹੁੰਦਾ ਹੈ। ਇਹ 0 ਦੇ ਬਰਾਬਰ ਨਹੀਂ ਹੁੰਦਾ। ਇਹ 0 x y 0 ਤਰ੍ਹਾਂ ਹੁੰਦਾ ਹੈ। ਖੈਰ, ਹੁਣ ਅਸੀਂ 0 x ਪੁਆਇੰਟ ਤੇ ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਦੀ ਨਿਰੰਤਰਤਾ ਪੁਆਇੰਟ ਦਿਖਾਵਾਂਗੇ। ਸਾਨੂੰ ਗੈਰ 0 ਕੰਪਿਊਟ ਤੇ ਅੰਸ਼ਕ x ਪਾਰਸ਼ਲ ਡੈਰੀਵੇਟਿਵ ਨਾਨ ਜ਼ੀਰੋ ਦੀ ਗਣਨਾ ਪੁਆਇੰਟ ਦੀ ਜ਼ਰੂਰਤ ਹੈ। ਸਾਨੂੰ ਇੱਥੇ ਗੈਰ ਮੂਲ ਤੇ ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਦੀ ਗਣਨਾ ਕਰਨੀ ਪਏਗੀ ਅਤੇ ਫਿਰ origin x ਅਤੇ fy x ਨੂੰ 0 ਤੇ ਜਿਸ ਦੀ ਅਸੀਂ ਪਹਿਲਾਂ ਹੀ ਕੰਪਿਊਟ ਕੀਤੀ ਹੈ ਵੈਲਿਊ 0 ਸੀ। ਇਸ ਗੈਰ ਮੂਲ ਬਿੰਦੂ ਤੇ ਇਸ x ਫੰਕਸ਼ਨ ਦਾ ਅੰਸ਼ਕ ਪਾਰਸ਼ਲ ਡੈਰੀਵੇਟਿਵ ਪ੍ਰਾਪਤ origin ਪੁਆਇੰਟ ਕਰਨ ਲਈ ਫਿਰ ਕਰਨਾ ਪਵੇਗਾ ਅਸੀਂ ਇਸ ਫੰਕਸ਼ਨ ਦੇ ਸਿੱਧੇ ਡੈਰੀਵੇਟਿਵ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਸੰਬੰਧ ਵਿੱਚ ਪ੍ਰਾਪਤ ਕਰ ਸਕਦੇ ਹਾਂ ਜੋ ਇਸ y ਨੂੰ ਕੋਨਸਟੈਂਟ ਇਸ ਲਈ x ਤੇ 0 ਪੁਆਇੰਟ ਦੇ ਬਰਾਬਰ ਨਹੀਂ ਅਸੀਂ ਕਰ ਸਕਦੇ ਹਾਂ ਇਸ ਸਥਿਰਤਾਵਾਂ ਦੇ ਇਲਾਜ ਦੇ ਸਿੱਧੇ ਵਿਭਿੰਨਤਾ y ਦੁਆਰਾ ਇਹ ਡੈਰੀਵੇਟਿਵ ਪ੍ਰਾਪਤ ਕਰੋ। ਇਹ ਪ੍ਰੋਡਕਟ ਸਾਧਨ ਹੈ। ਇਹ x ਸਕੁਏਅਰ ਸ਼ਬਦ ਇਹ ਕੋਸ ਮਾਈਨਸ ਸਾਈਨ ਦੇ ਨਾਲ ਹੋਵੇਗਾ ਅਤੇ ਇੱਕ ਸਕੁਏਅਰ ਰੂਟ ਮੂਲ x ਸਕੁਏਅਰ ਪਲਸ y ਸਕੁਏਅਰ ਦੇ ਨਾਲ ਹੋਵੇਗਾ। ਅਤੇ ਇਸ ਸ਼ਬਦ ਦਾ ਡੈਰੀਵੇਟਿਵ ਜੋ 1 ਤੋਂ 2 ਮਾਈਨਸ ਜਾਣਗੇ ਅਤੇ ਇਹ 2x ਤੋਂ ਵੱਧ x ਸਕੁਏਅਰ y ਪਲਸ ਸਕੁਏਅਰ 3 ਦੁਆਰਾ 2 ਅਤੇ ਫਿਰ ਇਹ ਇੱਥੇ ਕੋਈ ਬਦਲਾਅ ਨਹੀਂ ਰਹੇਗਾ ਕਾਰਨ ਅਤੇ ਇਸ ਪਦ ਦਾ ਡੈਰੀਵੇਟਿਵ 2x ਹੋਵੇਗਾ। ਇਹ ਫੰਕਸ਼ਨ ਦਾ ਆਂਸ਼ਿਕ ਪਾਰਸ਼ਲ ਡੈਰੀਵੇਟਿਵ ਹੈ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ x ਨੂੰ ਪੁਆਇੰਟ xy ਤੇ ਜੋ ਕਿ 0 ਦੇ ਬਰਾਬਰ ਨਹੀਂ ਹੈ। ਇਸ ਸ਼ਬਦ ਨੂੰ ਥੋੜਾ ਜਿਹਾ ਸਰਲ ਬਣਾ ਸਕਦੇ ਹਾਂ। ਇਸ ਦੇ ਇੱਕ ਸਕੁਏਅਰ ਰੂਟ x ਸਕੁਏਅਰ ਪਲਸ ਸਕੁਏਅਰ y ਦੇ ਉੱਤੇ ਇਸ ਦਾ ਸੰਕੇਤ ਮਿਲੇਗਾ ਅਤੇ ਇਹ ਸ਼ਬਦ x ਰੂਪੀ ਰੂਟ x ਸਕੁਏਅਰ ਪਲਸ ਤੇ x ਬਣ ਜਾਵੇਗਾ ਸਕੁਏਅਰ ਪਲਸ ਇਹ 2 ਕੋਸ x 1 ਸਕੁਏਅਰ ਰੂਟ ਮੂਲ xy ਸਕੁਏਅਰ ਪਲਸ ਸਕੁਏਅਰ। ਅਤੇ ਹੁਣ ਜੇ ਅਸੀਂ ਇੱਥੇ x ਤੁਰੇ ਦੇ ਨਾਲ ਮਾਰਗ ਲੈਂਦੇ ਹਾਂ ਜਿਸ ਦਾ ਮਤਲਬ ਹੈ ਕਿ ਡੈਲਟਾ ਨੂੰ ਡੈਲਟਾ y 0 ਤੇ ਸੈੱਟ ਕੀਤਾ ਜਾਵੇਗਾ। ਅਸੀਂ 0 ਦੇ ਨੇੜੇ ਜਾ ਰਹੇ ਹਾਂ ਜਿਸ ਨੂੰ ਅਸੀਂ ਚਾਹੁੰਦੇ ਹਾਂ। ਦੇਖੋ ਕਿ ਕੀ f(x) goes to xy ਬਰਾਬਰ ਤੇ ਜਾਂਦਾ ਹੈ ਦੇ 0 ਪੁਆਇੰਟ ਤੇ ਦੇ ਅੰਸ਼ਕ ਪਾਰਸ਼ਲ ਡੈਰੀਵੇਟਿਵ ਦੇ ਬਰਾਬਰ ਹੈ ਜੋ x ਤੁਰੇ ਦੇ ਨਾਲ ਉੱਥੇ 0 ਸੀ। ਜੇ ਅਸੀਂ origin ਵੱਲ ਵਧਦੇ ਹਾਂ ਤਾਂ y ਹੋਵੇਗਾ। ਹੁਣ ਸਾਡੇ ਕੋਲ ਇੱਥੇ x ਹੈ ਅਤੇ ਇਸ ਦੇ ਨਾਲ ਵੰਡਿਆ ਗਿਆ ਹੈ x ਸਕੁਏਅਰ ਦਾ ਸਕੁਏਅਰ ਰੂਟ ਮੂਲ ਜੋ ਕਿ x ਦਾ ਐਬਸੋਲਿਊਟ ਵੈਲਿਊ ਹੈ ਅਤੇ ਫਿਰ ਸਾਡੇ ਕੋਲ ਇਹ ਚਿੰਨ੍ਹ ਹੈ ਇੱਕ ਵਾਰ ਫਿਰ x ਦਾ ਪਲਸ ਵੈਲਿਊ ਇਹ 2x ਅਤੇ ਕੋਸ ਦੁਬਾਰਾ ਇਹ ਇੱਥੇ x ਦੇ ਇੱਕ ਸਕੁਏਅਰ ਤੋਂ ਵੱਧ ਐਬਸੋਲਿਊਟ ਵੈਲਿਊ ਹੈ। ਇਹ x ਤੁਰੇ ਦੇ ਨਾਲ ਹੈ ਜਿਸ ਦਾ ਅਰਥ ਹੈ ਕਿ y 0 ਹੈ। ਅਸੀਂ xy 0 ਰੱਖਿਆ ਹੈ। ਅਸੀਂ ਇਸ x ਤੁਰੇ ਦੇ ਨਾਲ ਇਹ ਖਾਸ ਮਾਰਗ ਲੈ ਰਹੇ ਹਾਂ। ਅਤੇ ਹੁਣ ਜੇ ਅਸੀਂ ਇੱਥੇ ਸਮਝਦੇ ਹਾਂ ਉਦਾਹਰਣ ਵਜੋਂ ਇਹ ਜਦੋਂ ਅਸੀਂ ਸੱਜੇ ਪਾਸੇ ਤੋਂ x ਤੋਂ 0 ਤੱਕ ਜਾਂਦੇ ਹਾਂ ਤਾਂ ਇਹ +1 ਹੁੰਦਾ ਹੈ। ਜਦੋਂ x ਨੈਗੇਟਿਵ goes to 0 ਤੇ ਜਾਂਦਾ ਹੈ ਤਾਂ ਇਹ ਬਣ ਜਾਵੇਗਾ -1 ਅਤੇ ਕਿਸੇ ਵੀ ਸਥਿਤੀ ਵਿੱਚ ਇਹ ਵੀ ਨਿਸ਼ਚਿਤ ਨਹੀਂ ਹੈ ਕਿ ਇਸ ਸਮੇਂ ਇਹ ਉਹੀ ਸਥਿਤੀ ਦਾ ਵੈਲਿਊ ਕੀ ਹੋਵੇਗਾ। ਇੱਥੇ ਵੈਸੇ ਵੀ ਇਹ x goes to 0 ਤੇ ਜਾਂਦਾ ਹੈ। ਇਹ ਬਾਉਂਡਡ ਚੀਜ਼ ਹੈ। ਇਹ ਅਲੋਪ ਹੋ ਜਾਵੇਗਾ ਇਹ 0 ਤੇ ਜਾਏਗਾ। ਪਰ ਇਸ ਪੁਆਇੰਟ ਇੱਥੇ ਇਹ +1 ਸਕੁਏਰਾ ਹੈ।
ਅਤੇ ਇਹ ਉਸ ਸਥਿਤੀ ਵਿੱਚ ਨਿਰਧਾਰਤ ਨਹੀਂ ਹੈ ਅਤੇ ਇੱਕ -1 ਵੀ ਹੋ ਸਕਦਾ ਹੈ ਅਤੇ ਇੱਥੇ ਅਸੀਂ ਨਹੀਂ ਜਾਣਦੇ ਕਿ ਕੀ ਵੈਲਿਊ ਹੁੰਦਾ ਹੈ ਜਦੋਂ x 0 goes to ਇਹ x ਲਿਮਿਟ ਐਗਜ਼ਿਸਟ ਨਹੀਂ ਹੁੰਦੀ ਜਾਂ ਨਿਸ਼ਚਿਤ ਰੂਪ ਇਹ 0 ਦੇ ਬਰਾਬਰ ਨਹੀਂ ਹੁੰਦੀ, ਜਿਸਨੂੰ ਅਸੀਂ ਇਸ ਲਿਮਿਟ ਦੀ ਭਾਲ ਕਰ ਰਹੇ ਸਨ। ਜੇ ਇਹ ਲਿਮਿਟ 0 ਦੇ ਬਰਾਬਰ ਹੈ ਤਾਂ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਫੰਕਸ਼ਨ ਡੈਰੀਵੇਟਿਵ ਹੈ f(x) ਨਿਰੰਤਰ ਹੈ ਕਿਉਂਕਿ 0 ਪੁਆਇੰਟ ਤੇ ਡੈਰੀਵੇਟਿਵ ਵੈਲਿਊ c ਇਹ ਕਿਸੇ ਵੀ ਸਥਿਤੀ ਵਿੱਚ 0 ਪੁਆਇੰਟ ਤੇ f(x) c ਇਸ ਦੇ ਬਰਾਬਰ ਨਹੀਂ ਹੈ। ਇਹ ਇੱਕ ਅਸਲ ਵਿੱਚ ਲਿਮਿਟ ਐਗਜ਼ਿਸਟ ਨਹੀਂ ਹੈ। ਇਸ ਦਾ ਕੋਈ ਪ੍ਰਸ਼ਨ ਨਹੀਂ ਹੈ ਇਸ ਅੰਸ਼ਕ ਦੀ ਪਾਰਸ਼ਲ ਡੈਰੀਵੇਟਿਵ ਨਿਰੰਤਰਤਾ ਬਾਰੇ। ਇਸ ਲਈ ਇਹ f(x) ਨਿਰੰਤਰ ਨਹੀਂ ਹੈ। ਅਤੇ ਇਸੇ ਤਰ੍ਹਾਂ ਅਸੀਂ ਵਿਖਾ ਸਕਦੇ ਹਾਂ ਕਿਉਂਕਿ ਫੰਕਸ਼ਨ ਸਿਰਫ x ਸਿਮੈਟ੍ਰਿਕ ਹੈ, ਅਸੀਂ ਦਿਖਾ ਸਕਦੇ ਹਾਂ ਕਿ fy ਨਿਰੰਤਰ ਨਹੀਂ ਹੈ। ਇਸ ਉਦਾਹਰਣ ਵਿੱਚ ਅਸੀਂ ਵੇਖਿਆ ਹੈ ਕਿ x ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਨਿਰੰਤਰ ਨਹੀਂ ਹਨ ਹਾਲਾਂਕਿ ਫੰਕਸ਼ਨ ਹੈ। ਉਪਰੋਕਤ ਉਦਾਹਰਣ ਤੋਂ ਵੱਖਰੀ ਇਹ ਕੰਡੀਸ਼ਨ ਦਰਸਾਉਂਦੀ ਹੈ ਕਿ ਅੰਸ਼ਕ x ਪਾਰਸ਼ਲ ਡੈਰੀਵੇਟਿਵਜ਼ ਦੀ ਨਿਰੰਤਰਤਾ ਵੱਖਰੀ ਅਵਸਥਾ ਲਈ ਲੋੜੀਂਦੀ ਡਿਫਰੈਂਸ਼ੀਏਬਿਲਿਟੀ ਵਿੱਚ ਨਹੀਂ ਹੈ। ਇਹ ਪਹਿਲਾ ਫੰਕਸ਼ਨ ਨਿਰੰਤਰ ਫਸਟ ਆਰਡਰ ਦੇ ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਦੇ ਬਿਨਾਂ ਵੱਖਰਾ ਹੋ ਸਕਦਾ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਸਿਮਿਲਰ ਉਦਾਹਰਣ ਇੱਥੇ ਦੁਬਾਰਾ ਵਿਖਾਈ ਦੇ ਸਕਦੀ ਹੈ ਕਿ ਫੰਕਸ਼ਨ ਵੱਖਰਾ ਹੈ x ਅਤੇ fy ਅਤੇ ਉਹ ਨਿਰੰਤਰ ਨਹੀਂ ਹਨ। ਇਹ ਨੂੰ ਛੱਡ ਦਿੱਤਾ ਗਿਆ ਹੈ। ਇਹ x ਨਹੀਂ ਦਿਖਾਉਣ ਜਾ ਰਹੇ ਕਿ ਇਹ ਫੰਕਸ਼ਨ ਵੱਖਰਾ ਹੈ ਪਰ f(x) ਅਤੇ fy ਨਿਰੰਤਰ ਨਹੀਂ ਹਨ ਪਰ ਕੰਮ ਕਰਨ ਦੇ ਕਦਮ ਪਹਿਲਾਂ ਦੀ ਸਮੱਸਿਆ ਦੇ ਸਿਮਿਲਰ ਹਨ ਅਤੇ ਕੋਈ ਵੀ ਇੱਕ ਆਸਾਨੀ ਨਾਲ ਦਿਖਾ ਸਕਦਾ ਹੈ ਕਿ f(x) ਅਤੇ φ ਇਸ ਸਮੱਸਿਆ ਦੇ ਲਈ ਨਿਰੰਤਰ ਨਹੀਂ ਹਨ। ਅਤੇ ਨਾਲ ਹੀ ਇੱਥੇ ਕਨਕਲੂਜਨ ਸਾਡੇ ਕੋਲ ਹੈ ਜੋ ਅਸੀਂ ਵੇਖਿਆ ਹੈ ਸਾਡੇ ਡਿਫਰੈਂਸ਼ੀਏਬਿਲਿਟੀ ਕੋਲ ਹੈ ਵਿਭਿੰਨਤਾ ਇੱਕ ਬਰਾਬਰ ਦੀ ਪਰਿਭਾਸ਼ਾ ਜੋ ਕਿ ਇੱਥੇ 0 ਨੂੰ ਦਰਸਾਉਂਦੀ x ਲਿਮਿਟ ਹੈ ਇਹ ਕਹਿਣ ਦੇ ਬਰਾਬਰ ਹੈ ਕਿ ਫੰਕਸ਼ਨ ਵੱਖਰਾ ਹੈ। ਇਹ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ ਦੀ ਜਾਂਚ ਕਰਨ ਵਿੱਚ ਉਪਯੋਗੀ ਹੈ। ਅਤੇ ਇੱਥੇ x ਫੰਕਸ਼ਨ ਇੱਕ ਪੁਆਇੰਟ ਤੇ ਵੱਖਰਾ ਨਹੀਂ ਹੋ ਸਕਦਾ ਭਾਵੇਂ ਅੰਸ਼ਕ ਡਿਫਰੈਂਸ਼ੀਏਬਿਲਿਟੀ ਐਗਜ਼ਿਸਟ ਹੋਣ ਕਿਉਂਕਿ ਅੰਸ਼ਕ ਪਾਰਸ਼ਲ ਡੈਰੀਵੇਟਿਵਜ਼ ਦੀ ਹੋਂਦ ਸਫੀਸ਼ੈਂਟ ਕੰਡੀਸ਼ਨ ਲਈ ਲੋੜੀਂਦੀ ਸ਼ਰਤ ਹੈ। ਇਹ ਜ਼ਰੂਰੀ ਕੰਡੀਸ਼ਨ ਨਹੀਂ ਹੈ। ਅਤੇ ਅਸੀਂ ਇਹ ਵੀ ਵੇਖਿਆ ਹੈ ਕਿ ਫੰਕਸ਼ਨ ਵੱਖਰਾ ਹੋ ਸਕਦਾ ਹੈ ਭਾਵੇਂ f(x) ਅਤੇ fy φ ਨਿਰੰਤਰ ਨਾ ਹੋਣ। ਇਹ ਉਹੀ ਹੈ ਜੋ ਅਸੀਂ ਦੇਖਿਆ ਹੈ ਕਿਉਂਕਿ ਇਹ ਸਫੀਸ਼ੈਂਟ ਕੰਡੀਸ਼ਨ ਹੈ ਠੀਕ ਹੈ। ਇਹ ਉਹ ਹਵਾਲੇ ਹਨ ਜੋ ਅਸੀਂ ਇਹਨਾਂ ਭਾਸ਼ਣਾਂ ਨੂੰ ਤਿਆਰ ਕਰਨ ਲਈ ਵਰਤੇ ਹਨ। ਧੰਨਵਾਦ।